ਸ੍ਰੀ ਵਾਹਿਗੁਰੂ। ਗੁਰੂ ਨਾਨਕ ਪਦ ਪੰਕਜ ਬੰਦਨ ਪਦ ਸਿਮਰੋ ਅੰਗਦ ਦੁਖ ਗੁਰ ਅਮਰਦਾਸ ਹਿਰਦੈ ਨਿਤ ਸ਼੍ਰੀ ਗੁਰੂ ਰਾਮਦਾਸ ਗੁਣ ਗੁਰੂ ਅਰਜਨ ਬਿਘਨਨ ਕੇ ਨਾਸਕ ਬਿਘਨਨ ਹਰ ਗੋਬਿੰਦ ਸ਼ੁਭ ਮਤ ਪ੍ਰਕਾਸ਼ ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਸ੍ਰੀ ਹਰਿ ਕ੍ਰਿਸ਼ਨ ਮਨਾਉ ਤੇਗ ਬਹਾਦਰ ਪਰਮ ਸਤਿਗੁਰ ਪਰਮ ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਤਰੋ ਤਰਾ ਪਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ ਬੰਦੋ ਬਾਰ ਬਾਰ ਜਗਦੀਸਾ ਏਕੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬੇਗਨ ਬਿਨਾਸਨ ਸੋਏ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸ੍ਰੀ ਗੁਰੂ ਹਰਿਗੋਬਿੰਦ ਜੀ ਇਸ ਬਿਦ ਸਮੋ ਬਿਤਾਈ ਭਰਿਓ ਮਹਾਬਲ ਦੇਹ ਮੈਂ ਦੀਰਘ ਡੀਲ ਸੁਹਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਤੇ ਸਤਿਕਾਰਯੋਗ ਗੁਰੂ ਕੀ ਸਾਜੀ ਔਰ ਨਿਵਾਜੀ ਹੋਈ ਸਤਿਗੁਰਾਂ ਦੇ ਪਰਮ ਪਿਆਰ ਚ ਪਰੋਤੀ ਹੋਈ ਗੁਰੂ ਰੰਗ ਚ ਰੰਗੀ ਹੋਈ ਗੁਰੂ ਖਾਲਸਾ ਸਾਧ ਸੰਗਤ ਜੀਓ ਵੱਡਿਆਂ ਭਾਗਾਂ ਵਾਲੇ ਹੋ। ਵਡਭਾਗੀ ਸਾਧ ਸੰਗ ਪ੍ਰਾਪਤ ਤਿਨ ਭੇਟਤ ਦੁਰਮਤ ਖੋਈ। ਸਤਿਗੁਰੂ ਜੀ ਦੇ ਨਾ ਪਾਵਨ ਬਚਨਾਂ ਤੇ ਪਹਿਰਾ ਦਿੰਦਿਆਂ ਗੁਰੂ ਚਰਨਾਂ ਚ ਇਕੱਤਰ ਹੋ ਕੇ ਜਗਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਪਰਸਰੇ ਹੋ। ਸਤਿਗੁਰੂ ਨੌਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਵਿੱਤਰ ਪਾਵਨ ਚਰਨ ਛੋਹ ਪ੍ਰਾਪਤ ਇਤਿਹਾਸਕ ਸਥਾਨ ਤੇ ਨਤਮਸਤਕ ਹੋ ਰਹੇ। ਮੇਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਪੰਜ ਪਿਆਲੇ ਪੰਜ ਪੀਰ ਛਠਮ ਪੀਰ ਬੈਠਾ ਗੁਰ ਭਾਰੀ ਅਰਜਨ ਕਾਇਆ ਪਲਟ ਕੈ ਮੂਰਤ ਹਰ ਗੋਬਿੰਦ ਸਵਾਰੀ। ਚੱਲੀ ਪੀੜੀ ਸੋਢੀਆਂ ਰੂਪ ਦਿਖਾਵਣ ਵਾਰੋ ਵਾਰੀ ਦਲ ਭੰਜਨ ਗੁਰ ਸੂਰਮਾ ਬੜ ਜੋਧਾ ਬੋ ਪਰਉਪਕਾਰੀ।
ਐਸੇ ਗਰੀਬ ਨਵਾਜ ਜੀ ਦੇ ਪਾਵਨ ਪਵਿੱਤਰ ਇਤਿਹਾਸ ਦੀ ਚੱਲ ਰਹੀ ਲੜੀਵਾਰ ਕਥਾ ਬਹੁਤ ਹੀ ਅਦਬ ਸਤਕਾਰ ਸਹਿਤ ਆਪ ਜੀ ਸਰਵਣ ਕਰ ਰਹੇ। ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਜੰਗੀ ਕਵਾਇਦ ਕਰਦੇ ਨੇ, ਕਰਾਉਂਦੇ ਨੇ। ਗਰੀਬ ਨਵਾਜ ਬਿਰਧ ਆਪਣਾ ਸੰਸਾਰ 'ਚ ਪ੍ਰਗਟ ਕਰ ਰਹੇ ਨੇ। ਬਹੁਤ ਸਾਰੇ ਸੂਰਮੇ ਸ਼ਸਤਰਧਾਰੀ ਹੋ ਕੇ ਗੁਰੂ ਸ਼ਰਨ 'ਚ ਆ ਰਹੇ ਨੇ। ਉਹਨਾਂ ਨੂੰ ਸ਼ਸਤਰ ਵਿੱਦਿਆ ਦਾ ਅਭਿਆਸ ਕਰਾਉਣਾ, ਘੋੜ ਸਵਾਰੀ ਕਰਾਉਣੀ, ਨੇਜੇਬਾਜ਼ੀ ਸਿਖਾਉਣੀ, ਸ਼ਿਕਾਰ ਖੇਡਣ ਤੇ ਲੈ ਕੇ ਜਾਣਾ, ਇਹ ਜਿੰਨੇ ਜੰਗੀ ਕਰਤੱਵ ਨੇ ਸਤਿਗੁਰੂ ਛੇਵੇਂ ਪਾਤਸ਼ਾਹ ਜੀ ਕਰਾ ਰਹੇ ਹਨ। ਬੇਅੰਤ ਸੰਗਤਾਂ ਦੂਰੋਂ ਦਰੇਡਿਓਂ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਗੁਰੂ ਚਰਨਾਂ 'ਚ ਹਾਜ਼ਰ ਹੋ ਰਹੀਆਂ ਨੇ। ਜਿਹੜਾ ਵੀ ਕੋਈ ਮਾਈ ਭਾਈ ਗੁਰਦੇਵ ਦੇ ਆ ਕੇ ਦਰਸ਼ਨ ਕਰਦਾ ਤੇ ਇਹਨਾਂ ਦੀਆਂ ਕਾਮਨਾਵਾਂ ਦੀ ਪੂਰਤੀ ਸੁਤੇ ਸਿੱਧੀ ਗੁਰੂ ਦਰਸ਼ਨ ਕਰਕੇ ਪੂਰਨ ਹੋ ਰਹੀ ਹੈ। ਛੇਵੇਂ ਪਾਤਸ਼ਾਹ ਜੀ ਦੇ ਸਰੀਰ ਦਾ ਤਾਣ ਦਿਨ ਪ੍ਰਤੀ ਦਿਨ ਵੱਧ ਰਿਹਾ ਹੈ। ਜਿਵੇਂ ਜਿਵੇਂ ਸਮਾਂ ਬੀਤ ਰਿਹਾ ਸਰੀਰ ਦੀ ਕੱਦ ਕਾਠੀ ਵੱਧ ਰਹੀ ਹੈ। ਦੇਸ਼ਾਂ ਵਿਦੇਸ਼ਾਂ ਵਿੱਚ ਇਸ ਗੱਲ ਦਾ ਚਰਚਾ ਹੋ ਰਿਹਾ ਹੈ ਕਿ ਐਸਾ ਬਲਵਾਨ ਸਰੀਰ, ਉੱਚਾ ਲੰਮਾ ਸਰੀਰ ਅੱਜ ਦੇ ਇਸ ਵਰਤਮਾਨ ਸਮੇਂ ਵਿੱਚ ਕਿਸੇ ਦਾ ਨਹੀਂ ਸੁਣੀਦਾ। ਬੜੇ ਬਲਵਾਨ ਪੁਜਦੰਡੇ ਨੇ ਔਰ ਇਉਂ ਜਾਪਦਾ ਹੈ ਕਿ ਜਿਵੇਂ ਬਲ ਦੇ ਥੰਮ ਨੇ ਦੋ ਮਹਾਰਾਜ ਜੀ ਦੀਆਂ ਜਾਂਘਾਂ। ਔਰ ਜਿਤਨੀ ਸੰਗਤ ਆ ਉਸ ਵੇਲੇ ਦੇ ਜਿਤਨੇ ਸਿੱਖ ਨੇ ਸਾਰਿਆਂ ਤੋਂ ਸਵਾ ਗਿੱਠ ਉੱਚਾ ਸਰੀਰ ਕੱਦ ਹੈ ਪਾਤਸ਼ਾਹ ਦਾ। ਐਸਾ ਸੋਹਣਾ ਅਲੰਕਾਰ ਗੁਰਦੇਵ ਦੇ ਸੋਹਣੇ ਸਰੂਪ ਦਾ ਮਹਾਂਕਵੀ ਕਵੀਰਾਜ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਚੂੜਾਮਣੀ ਜੀ ਨੇ ਬੜੀ ਸ਼ਰਧਾ ਨਾਲ, ਭਾਵਨਾ ਨਾਲ, ਸਤਿਕਾਰ ਨਾਲ ਇਹ ਸਾਰੀ ਕਥਾ ਲਿਖੀ ਹੈ। ਆ ਜਿਹੜਾ ਸਾਵਣ ਦਾ ਮਹੀਨਾ ਚੱਲ ਰਿਹਾ, ਇਸੇ ਮਹੀਨੇ 'ਚ ਭਾਈ ਸਾਹਿਬ ਨੇ ਕਥਾ ਸੰਪੂਰਨ ਕੀਤੀ ਸੀ ਕੈਂਥਲ ਦੀ ਧਰਤੀ ਤੇ। ਕੈਂਥਲ ਜਿੱਥੇ ਮਹਾਂਕਵੀ ਜੀ ਦੀ ਹਵੇਲੀ, ਹੁਣ ਗੁਰਦੁਆਰਾ ਹਵੇਲੀ ਸਾਹਿਬ, ਉੱਥੇ ਸੁਸ਼ੋਭਿਤ ਹੋ ਗਿਆ ਗੁਰਦੇਵ ਦੀ ਕਿਰਪਾ ਨਾਲ। ਭਾਈ ਸਾਹਿਬ ਦੀ ਯਾਦਗਾਰ ਜੋ ਹਵੇਲੀ ਸੀ ਉਹ ਪਿੱਛੇ ਗੁਰੂ ਦਇਆ ਨਾਲ ਖਰੀਦ ਲਈ ਗਈ ਹੈ। ਉੱਥੇ ਭਾਈ ਸਾਹਿਬ ਜੀ ਦੀ ਯਾਦਗਾਰ ਕਾਇਮ ਹੋ ਰਹੀ ਹੈ। ਔਰ ਹਰ ਮਹੀਨੇ ਦੇ ਪਹਿਲੇ ਐਤਵਾਰ ਉੱਥੇ ਗੁਰਮਤਿ ਸਮਾਗਮ ਵੀ ਕੀਤੇ ਜਾਂਦੇ ਨੇ। ਇਸ ਵਾਰ ਵੀ 4 ਅਗਸਤ ਨੂੰ ਉਹ ਸਮਾਗਮ ਹੋ ਰਹੇ ਨੇ। ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਜਿਹੜੀ ਸਮਾਪਤੀ ਹੋਈ ਸੀ ਭਾਈ ਸਾਹਿਬ ਨੇ ਕੀਤੀ ਸਾਵਣ ਦੇ ਮਹੀਨੇ 'ਚ, ਉਹਨੂੰ ਸਮਰਪਿਤ ਇਹ ਦਿਨ ਮਨਾਏ ਜਾ ਰਹੇ ਨੇ। ਗਰੀਬ ਨਵਾਜ ਸਤਿਗੁਰੂ ਜੀ ਦਾ ਇਤਿਹਾਸ ਭਾਈ ਸਾਹਿਬ ਜੀ ਨੇ ਬੜੀ ਸ਼ਰਧਾ ਨਾਲ, ਆਸਥਾ ਨਾਲ, ਭਾਵਨਾ ਨਾਲ ਲਿਖਿਆ। ਗੁਰ ਇਤਿਹਾਸ ਦਾ ਇਹ ਸਭ ਤੋਂ ਸ਼੍ਰੋਮਣੀ ਗ੍ਰੰਥ ਹੈ ਸੂਰਜ ਪ੍ਰਕਾਸ਼। ਇਹਦੇ ਤੋਂ ਵੱਡਾ ਸ਼੍ਰੋਮਣੀ ਗ੍ਰੰਥ ਇਤਿਹਾਸ ਦਾ ਜਿਹੜਾ ਗੁਰੂ ਇਤਿਹਾਸ ਦਾ ਕੋਈ ਦੂਜਾ ਨਹੀਂ ਹੈ। ਬਾਕੀ ਜਿਤਨੇ ਵੀ ਇਤਿਹਾਸ ਦੇ ਗ੍ਰੰਥ ਨੇ, ਚਾਹੇ ਉਹ ਗੁਰਬਿਲਾਸ ਨੇ, ਚਾਹੇ ਉਹ ਜਨਮ ਸਾਖੀਆਂ ਨੇ, ਉਹ ਸਾਰੀਆਂ ਸੂਖਸ਼ਮ ਰੂਪ ਵਿੱਚ ਨੇ। ਵਿਸਥਾਰ ਸਹਿਤ ਅਗਰ ਗੁਰਦੇਵ ਦਾ ਕੋਈ ਇਤਿਹਾਸ ਸਾਨੂੰ ਮਿਲਦਾ ਹੈ ਪੰਥ ਵਿੱਚ ਤਾਂ ਕੇਵਲ ਇਹੀ ਗ੍ਰੰਥ ਹੈ ਸ੍ਰੀ ਗੁਰਪ੍ਰਤਾਪ ਸੂਰਜ ਪ੍ਰਕਾਸ਼ ਗ੍ਰੰਥ। ਆਓ ਮਨ ਬਿਰਤੀਆਂ ਇਕਾਗਰ ਕਰਕੇ ਛੇਵੇਂ ਪਾਤਸ਼ਾਹ ਮੇਰੀ ਪੀਰੀ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਕਲਿਆਣਕਾਰੀ ਕਥਾ ਸਰਵਣ ਕਰੀਏ। ਗੁਰੂ ਚਰਨਾਂ 'ਚ ਆਪਣੀਆਂ ਹਾਜ਼ਰੀਆਂ ਲਵਾਉਂਦਿਆਂ ਰਸਨਾ ਨੂੰ ਪਵਿੱਤਰ ਕਰਦਿਆਂ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸ੍ਰੀ ਗੁਰੂ ਹਰਗੋਬਿੰਦ ਜੀ ਇਸ ਬਿਦ ਸਮੋ ਬਿਤਾਈ। ਮੇਰੀ ਪੀਰੀ ਦੇ ਮਾਲਕ ਸਤਿਗੁਰੂ ਬੰਦੀ ਛੋੜ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਇਸੇ ਪ੍ਰਕਾਰ ਜੰਗੀ ਕਰਤੱਵ ਕਰਦਿਆਂ ਤੇ ਕਰਾਉਂਦਿਆਂ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸਮਾਂ ਬਤੀਤ ਕਰ ਰਹੇ ਹਨ। ਭਰਿਓ ਮਹਾਬਲ ਦੇਹ ਮੈਂ ਦੀਰਗ ਡੀਲ ਸੁਹਾਈ। ਜਿਵੇਂ ਜਿਵੇਂ ਸਮਾਂ ਬੀਤ ਰਿਹਾ ਤਿਵੇਂ ਤਿਵੇਂ ਛੇਵੇਂ ਪਾਤਸ਼ਾਹ ਜੀ ਦੇ ਸਰੀਰ ਵਿੱਚ ਜਿਹੜਾ ਬਲ ਹੈ ਉਹ ਵੱਧਦਾ ਜਾ ਰਿਹਾ ਹੈ। ਜਿੱਥੇ ਬਲ ਵੱਧ ਰਿਹਾ ਉੱਥੇ ਗੁਰਦੇਵ ਦੀ ਜਿਹੜੀ ਡੀਲ ਡੋਲ ਹੈ ਸਰੀਰ ਦੀ ਉਹ ਵੀ ਦਿਨ ਪ੍ਰਤੀ ਦਿਨ ਵੱਧ ਰਹੀ ਹੈ ਤੇ ਬੜੀ ਸ਼ੋਭਨੀਕ ਹੋ ਰਹੀ ਹੈ। ਚੌਪਾਈ ਉਤ ਚੰਦੂ ਕੀ ਸੁਨੋ ਕਹਾਣੀ। ਇਹ ਤੇ ਸੀ ਗੁਰੂ ਘਰ ਦਾ ਪ੍ਰਤਾਪ, ਸਤਿਗੁਰਾਂ ਦੇ ਘਰ ਦੀ ਵਡਿਆਈ। ਹੁਣ ਉਧਰ ਚੰਦੂ ਦੀ ਹਾਲਤ ਸੁਣੋ।
ਪੰਜਵੇਂ ਪਾਤਸ਼ਾਹ ਨੂੰ ਸ਼ਹੀਦ ਕਰਨ ਤੋਂ ਬਾਅਦ ਇਹਨੇ ਕੀ ਕੀਤਾ, ਇਹਦੀ ਕੀ ਕਰਤੂਤ ਹੈ। ਹੁਣ ਤੁਹਾਨੂੰ ਚੰਦੂ ਪਾਪੀ ਦੀ ਕਥਾ ਸੁਣਾਉਂਦੇ ਹਾਂ, ਉਹਦੀ ਕਹਾਣੀ ਸੁਣਾਉਂਦੇ ਹਾਂ। ਮਹਾਪਾਤ ਕੀ ਮਤ ਉਰਹਾਨੀ। ਉਹ ਪਾਪੀ ਚੰਦੂ ਜੋ ਮਹਾਪਾਤਕੀ ਹੈ, ਵੱਡਾ ਪਾਪੀ ਹੈ, ਜਿਹਦੀ ਮੱਤ ਦੇ ਉੱਤੇ ਪੜਦਾ ਪੈ ਗਿਆ, ਔਰ ਜਿੰਨੀ ਮੱਤ ਸੀ ਸ਼ੁਭ ਉਹਦੀ ਨਸ਼ਟ ਭ੍ਰਸ਼ਟ ਹੋ ਗਈ, ਮਾੜੀ ਤੇ ਭੈੜੀ ਮੱਤ ਦਾ ਪੁੰਜ ਬਣ ਗਿਆ ਚੰਦੂ। ਸ਼੍ਰੀ ਅਰਜਨ ਕਰ ਤਜਿਓ ਸਰੀਰ। ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਇਹਨੇ ਅਨੇਕਾਂ ਤਸੀਹੇ ਦਿੱਤੇ। ਇਹਦੇ ਤਸੀਹਾਂ ਨੂੰ ਝੱਲਦਿਆਂ ਮਹਾਰਾਜ ਪੰਜਵੇਂ ਪਾਤਸ਼ਾਹ ਨੇ ਰਾਵੀ ਦਰਿਆ ਦੇ ਕੰਢੇ ਤੇ ਲਾਹੌਰ ਦੀ ਧਰਤੀ ਤੇ ਆਪਣਾ 5 ਭੌਤਿਕ ਸਰੀਰ ਤਿਆਗ ਦਿੱਤਾ। ਦੀ ਕਰ ਦੋਸ਼ ਮੂੜ ਸਿਰ ਧੀਰ। ਸਤਿਗੁਰੂ ਜੀ ਦੀ ਆਪਣੀ ਲੀਲਾ ਹੀ ਸੀ, ਸ਼ਹੀਦੀ ਪ੍ਰਾਪਤ ਕੀਤੀ ਤੇ ਦੋਸ਼ ਇਸ ਪਾਪੀ ਦੇ ਸਿਰ ਤੇ ਮੜਿਆ। ਇਹਦੇ ਮੱਥੇ ਦੇ ਉੱਤੇ ਦੋਸ਼ ਤੇ ਕਲੰਕ ਲੱਗਾ ਸਤਿਗੁਰਾਂ ਦੀ ਸ਼ਹੀਦੀ ਦਾ। ਔਰ ਮੈਂ ਡਰਪਤ ਦੁਸ਼ਟ ਮਹਾਨ। ਹੁਣ ਜਦੋਂ ਚੰਦੂ ਨੇ ਪਾਪ ਕੀਤਾ ਵੀ ਮੇਰੇ ਕਰਕੇ ਸਤਿਗੁਰੂ ਜੀ ਸ਼ਹੀਦ ਹੋਏ ਨੇ, ਤੇ ਜਿਹੜਾ ਬੰਦਾ ਪਾਪੀ ਹੁੰਦਾ ਫਿਰ ਉਹਦਾ ਹਿਰਦਾ ਡਰਦਾ ਹੁੰਦਾ ਪਾਪ ਕਰਨ ਤੋਂ ਬਾਅਦ। ਇਹਦਾ ਹਿਰਦਾ ਹੁਣ ਡਰਦਾ ਹੈ, ਭੈ ਭੀਤ ਹੁੰਦਾ ਕਿ ਮੈਂ ਬੜਾ ਵੱਡਾ ਪਾਪ ਕੀਤਾ, ਵੀ ਬੜੇ ਵੱਡੇ ਸਤਿਗੁਰੂ ਸਨ ਪੰਜਵੇਂ ਪਾਤਸ਼ਾਹ, ਸਿੱਖਾਂ ਦੇ ਪੰਜਵੇਂ ਗੁਰਦੇਵ ਸਨ, ਮੈਂ ਉਹਨਾਂ ਨੂੰ ਸ਼ਹੀਦ ਕੀਤਾ। ਇਹ ਬੜਾ ਵੱਡਾ ਬੱਜਰ ਪਾਪ ਜਿਹੜਾ ਸੀ ਉਹ ਚੰਦੂ ਕੋਲੋਂ ਹੋਇਆ, ਚੰਦੂ ਨੇ ਕੀਤਾ। ਉਹਦਾ ਹੁਣ ਇਹਦੇ ਮਨ ਵਿੱਚ ਡਰ ਵੀ ਹੈ, ਭੈ ਵੀ ਹੈ। ਸੋ ਡਰ ਹੈ ਜੇ ਪਾਪ ਕਮਾਉਣ ਦਾ। ਮਹਾਰਾਜ ਜੀ ਦੇ ਬਚਨ ਨੇ, ਡਰਦਾ ਉਹ ਹੈ ਜਿਹੜਾ ਪਾਪ ਕਰਦਾ, ਉਹਨੂੰ ਪਤਾ ਵੀ ਮੇਰਾ ਪਾਪ ਉਗੜ ਕੇ ਸਾਹਮਣੇ ਆ ਜਾਣਾ। ਤੋ ਇਸੇ ਤਰ੍ਹਾਂ ਚੰਦੂ ਵੀ ਡਰ ਰਿਹਾ ਹੈ। ਇਮਨੇ ਬਿਦਤੇ ਬੀਚ ਮਹਾਨ। ਮਨ ਚ ਸੋਚਦਾ ਵੀ ਇਹ ਗੱਲ ਸਾਰੇ ਸੰਸਾਰ ਦੇ ਵਿੱਚ ਏਦਾਂ ਨਾ ਪ੍ਰਗਟ ਹੋਵੇ। ਸ਼੍ਰੀ ਸਤਿਗੁਰ ਚੰਦੂ ਨੈ ਮਾਰੇ। ਕਿਤੇ ਇਹ ਗੱਲ ਨਾ ਪ੍ਰਗਟ ਹੋ ਜਾਵੇ ਕਿ ਮੈਂ ਗੁਰੂ ਅਰਜਨ ਦੇਵ ਸਾਹਿਬ ਨੂੰ ਮਾਰਿਆ, ਮੈਂ ਉਹਨਾਂ ਨੂੰ ਸ਼ਹੀਦ ਕੀਤਾ। ਇਹ ਗੱਲ ਪਰਦੇ ਵਿੱਚ ਹੀ ਰਵੇ, ਲੁਕੀ ਛਿਪੀ ਰਵੇ। ਇੱਕ ਵਿਦਵਾਨ ਕਹਿੰਦਾ ਵੀ ਜਿਹੜੀਆਂ ਖਬਰਾਂ ਹੁੰਦੀਆਂ ਨੇ ਨਾ, ਖਬਰਾਂ, ਉਹ ਖਬਰਾਂ 'ਚ ਛਪਦੀਆਂ ਨਹੀਂ ਹੁੰਦੀਆਂ। ਖਬਰਾਂ ਤਾਂ ਉਹ ਹੁੰਦੀਆਂ ਜਿਹੜੀਆਂ ਦਬਾ ਕੇ ਰੱਖੀਆਂ ਜਾਂਦੀਆਂ, ਜਿਹੜੀਆਂ ਅਖਬਾਰਾਂ 'ਚ ਛਪਦੀਆਂ ਉਹ ਤਾਂ ਇਸ਼ਤਿਹਾਰਬਾਜ਼ੀ ਹੁੰਦੀ ਹੈ। ਜਿਹੜੀਆਂ ਖਬਰਾਂ ਹੁੰਦੀਆਂ ਨਾ ਉਹ ਤਾਂ ਦਬਾ ਕੇ ਰੱਖੀਆਂ ਜਾਂਦੀਆਂ ਨੇ। ਜਿਹੜਾ ਅਖਬਾਰਾਂ ਦੇ ਵਿੱਚ ਛਾਪਿਆ ਜਾਂਦਾ ਉਹ ਤਾਂ ਕੇਵਲ ਇਸ਼ਤਿਹਾਰਬਾਜ਼ੀ ਹੁੰਦੀ ਵੀ ਜਿਹੜੀ ਲੋਕਾਂ ਤੱਕ ਵਿਖਾਣੀ ਹੁੰਦੀ ਹੈ। ਇਹ ਹੁੰਦੀਆਂ ਸਰਕਾਰੀ ਨੀਤੀਆਂ। ਚੰਦੂ ਸੋਚਦਾ ਵੀ ਇਹ ਗੱਲ ਲੁਕੀ ਰਵੇ, ਕਿਤੇ ਪ੍ਰਗਟ ਨਾ ਹੋਵੇ ਵੀ ਚੰਦੂ ਨੇ ਗੁਰੂ ਸਾਹਿਬ ਨੂੰ ਸ਼ਹੀਦ ਕੀਤਾ। ਹੁਣ ਦੂਜੇ ਪਾਸੇ ਇਹ ਗੱਲ ਵੀ ਪ੍ਰਗਟ ਹੋ ਗਈ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਪ੍ਰਣ ਕੀਤਾ ਵੀ ਅਸੀਂ ਚੰਦੂ ਨੂੰ ਮਾਰਨਾ। ਇਹ ਗੱਲ ਚੰਦੂ ਤੱਕ ਵੀ ਪਹੁੰਚੀ ਹੈ, ਉਹਦੇ ਕੰਨਾਂ ਵਿੱਚ ਵੀ ਇਹ ਖਬਰ ਪਈ ਹੈ। ਛਪੀ ਰਹੀ ਨੈ ਹੋਏ ਉਗਾਰੀ। ਚੰਦੂ ਸੋਚਦਾ ਵੀ ਜਿਹੜਾ ਕੰਮ, ਜਿਹੜੀ ਕਰਤੂਤ ਮੈਂ ਕੀਤੀ ਹੈ ਇਹ ਛੁਪੀ ਰਵੇ, ਇਹ ਕਿਤੇ ਪ੍ਰਗਟ ਨਾ ਹੋਵੇ, ਕਿਸੇ ਨੂੰ ਕੰਨੋਂ ਕੰਨੀ ਵੀ ਖਬਰ ਨਾ ਹੋਵੇ। ਨੁਖਾ ਜਾਰ ਤਤ ਛਿਨ ਮਗ ਪਰਿਓ। ਚੰਦੂ ਦੇ ਜਿਸ ਪੰਜਵੇਂ ਪਾਤਸ਼ਾਹ ਨੇ ਸ਼ਹੀਦੀ ਪ੍ਰਾਪਤ ਕੀਤੀ, ਉਸੇ ਦਿਨ ਇਹਦੀ ਨੂੰਹ ਨੇ ਚਲਾਣੇ ਕੀਤਾ ਜਿਹੜਾ ਗੁਰਦੇਵ ਦੇ ਚਰਨਾਂ 'ਚ ਆਈ ਸੀ, ਉਹ ਵੀ ਉਸੇ ਦਿਨ ਹੀ ਗੁਜਰੀ। ਤੋ ਉਹ ਜਿਹੜੀ ਗੁਜਰੀ ਉਹਨੇ ਫਿਰ ਇਹਦਾ ਸੰਸਕਾਰ ਵਗੈਰਾ ਕੀਤਾ, ਜਿਹੜੀ ਅੰਤਮ ਕਿਰਿਆ ਹੁੰਦੀ ਹੈ। ਦਿੱਲੀ ਸ਼ਾਹ ਨਿਕਟ ਚਿਤ ਧਰਿਓ। ਔਰ ਅਗਲੇ ਦਿਨ ਹੀ, ਸਤਿਗੁਰਾਂ ਦੀ ਸ਼ਹੀਦੀ ਵਾਲੇ ਦਿਨ ਤੋਂ ਅਗਲੇ ਦਿਨ ਹੀ ਚੰਦੂ ਨੇ ਦਿੱਲੀ ਨੂੰ ਚਾਲੇ ਪਾਏ, ਦਿੱਲੀ ਨੂੰ ਰੁਖਸਤ ਹੋ ਗਿਆ। ਕੋਨੇ ਕਈ ਹਟਕ ਸਭ ਰਾਖੋ। ਕਿ ਮੈਂ ਬਾਦਸ਼ਾਹ ਕੋਲ ਪਹਿਲਾਂ ਹੀ ਪਹੁੰਚ ਜਾਵਾਂ, ਵੀ ਉਹਦੇ ਕੋਲ ਖਬਰ ਪਹੁੰਚੇ ਗੁਰਦੇਵ ਦੀ ਸ਼ਹੀਦੀ ਦੀ, ਮੈਂ ਪਹਿਲਾਂ ਪਹੁੰਚ ਜਾਵਾਂ। ਜੇ ਕੋਈ ਗੱਲ ਛੇੜੇਗਾ ਵੀ ਤੇ ਮੈਂ ਰੋਕਾਂਗਾ, ਜਾ ਕੇ ਉਹਨਾਂ ਨੂੰ ਵਰਜਾਂਗਾ। ਕਿਸ ਧਨ ਦੇ ਕਿਸ ਬਿਨਤੀ ਪਾਖੋਂ। ਕਿਸੇ ਨੂੰ ਧਨ ਦੇ ਕੇ, ਕਿਸੇ ਨੂੰ ਕੋਈ ਮਿੰਨਤ ਤਰਲਾ ਕਰਕੇ ਵੀ ਬਾਦਸ਼ਾਹ ਕੋਲ ਇਸ ਗੱਲ ਦਾ ਜ਼ਿਕਰ ਨਾ ਚੱਲੇ। ਹਾਲਾਂਕਿ ਕਰਵਾਇਆ ਸਭ ਕੁਝ ਬਾਦਸ਼ਾਹ ਹੀ ਨਹੀਂ ਸੀ ਚੰਦੂ ਕੋਲੋਂ, ਪਰ ਚੰਦੂ ਨੂੰ ਖੁਦ ਨਹੀਂ ਪਤਾ ਵੀ ਮੈਂ ਮੋਹਰਾ ਬਣ ਕੇ ਇਹਨਾਂ ਦੇ ਹੱਥ ਦਾ ਠੋਕੂ ਹੋ ਕੇ ਕੰਮ ਕੀਤਾ। ਸਰਕਾਰਾਂ ਬੰਦੇ ਵਰਤਦੀਆਂ ਨੇ, ਪਰ ਬੰਦਿਆਂ ਨੂੰ ਆਪ ਖੁਦ ਨਹੀਂ ਪਤਾ ਹੁੰਦਾ ਵੀ ਸਾਨੂੰ ਸਰਕਾਰ ਵਰਤ ਰਹੀ ਹੈ। ਉਹ ਆਪਣੇ ਵੱਲੋਂ ਪੂਰਨ ਤੌਰ ਤੇ ਉਦਾਂ ਹੀ ਕਰ ਰਹੇ ਹੁੰਦੇ ਜਿਵੇਂ ਉਹਨਾਂ ਨੂੰ ਚੰਗਾ ਲੱਗਦਾ। ਤੋ ਚੰਦੂ ਨੂੰ ਇਸ ਗੱਲ ਦਾ ਵੀ ਬੋਧ ਨਹੀਂ ਸੀ ਵੀ ਮੈਨੂੰ ਤਾਂ ਵਰਤਿਆ ਗਿਆ।
ਉਲਟਾ ਮਨ 'ਚ ਸੋਚਦਾ ਵੀ ਕਿਤੇ ਬਾਦਸ਼ਾਹ ਕੋਲ ਨਾ ਇਹ ਖਬਰ ਪਹੁੰਚ ਜਾਏ ਕਿ ਮੈਂ ਗੁਰੂ ਅਰਜਨ ਦੇਵ ਸਾਹਿਬ ਨੂੰ ਸ਼ਹੀਦ ਕਰ ਦਿੱਤਾ ਹੈ। ਚੈਤ ਜੋ ਹਤਿਓ ਬਿਦਤ ਨ ਹੋਈ, ਸੋਚਦਾ ਵੀ ਮੈਂ ਜਿਹੜਾ ਗੁਰਦੇਵ ਨੂੰ ਕਤਲ ਕਰ ਦਿੱਤਾ ਹੈ, ਸ਼ਹੀਦ ਕੀਤਾ ਹੈ, ਇਹ ਗੱਲ ਕਿਤੇ ਪ੍ਰਗਟ ਨਾ ਹੋ ਜਾਵੇ, ਬਾਦਸ਼ਾਹ ਕੋਲ ਨਾ ਚਰਚਾ ਚੱਲੇ। ਭਇਓ ਯਤਨ ਕੀ ਤਤ ਪਰ ਸੋਈ, ਹੁਣ ਚੰਦੂ ਇਸ ਗੱਲ ਦਾ ਯਤਨ ਕਰਦਾ ਵੀ ਇਸ ਗੱਲ ਨੂੰ ਦਬਾ ਕੇ ਰੱਖਿਆ ਜਾਵੇ, ਇਹ ਖਬਰ ਕਿਸੇ ਤਰੀਕੇ ਨਾਲ ਦੱਬ ਕੇ ਰੱਖੀ ਜਾਵੇ। ਇਹਦਾ ਬਾਦਸ਼ਾਹ ਕੋਲ, ਸਰਕਾਰੇ ਦਰਬਾਰੇ, ਕਿਸੇ ਵਜ਼ੀਰ ਕੋਲ, ਅਹਿਲਕਾਰ ਕੋਲ ਇਸ ਗੱਲ ਦਾ ਚਰਚਾ ਨਾ ਚੱਲੇ। ਅਨਕ ਪਾਂਤ ਚਿਤਵਤ ਮਗ ਜਾਤੀ, ਔਰ ਅਨਕ ਤਰ੍ਹਾਂ ਦੀਆਂ ਸੋਚਾਂ ਸੋਚਦਾ, ਕਈ ਤਰ੍ਹਾਂ ਦੇ ਫਿਕਰਾਂ ਨੂੰ ਸੋਚਦਿਆਂ ਚੰਦੂ ਮਨ ਹੀ ਮਨ ਕਈ ਤਰ੍ਹਾਂ ਦੀਆਂ ਗਿਣਤੀਆਂ ਗਿਣਦਾ ਲਾਹੌਰ ਤੋਂ ਦਿੱਲੀ ਨੂੰ ਜਾ ਰਿਹਾ ਹੈ। ਸੁਨਤ ਸ਼ਾਹ ਚਿਤਵੈ ਨਰਿ ਸਾਤੀ, ਔਰ ਮਨ 'ਚ ਸੋਚਦਾ ਵੀ ਕਿਤੇ ਬਾਦਸ਼ਾਹ ਨੇ ਇਹ ਗੱਲ ਸੁਣ ਲਈ ਵੀ ਮੈਂ ਗੁਰੂ ਜੀ ਨੂੰ ਸ਼ਹੀਦ ਕਰ ਦਿੱਤਾ, ਸੁਣ ਕੇ ਮੇਰੇ ਨਾਲ ਨਾਰਾਜ਼ ਹੀ ਨਾ ਹੋਵੇ, ਬਾਦਸ਼ਾਹ ਮੇਰੇ ਤੇ ਕਿਤੇ ਗੁੱਸੇ ਹੀ ਨਾ ਹੋਵੇ। ਜੇ ਬਾਦਸ਼ਾਹ ਮੇਰੇ ਤੇ ਗੁੱਸੇ ਹੋਇਆ ਉਹਨੇ ਮੇਰੀ ਦੀਵਾਨੀ ਖੋਹ ਲੈਣੀ ਹੈ, ਖਬਰੇ ਮੈਨੂੰ ਕੀ ਸਜ਼ਾ ਦੇਵੇ, ਕੀ ਤਾੜ ਨਾ ਕਰੇ। ਏਦਾਂ ਚੰਦੂ ਬੜੇ ਫਿਕਰ ਦੇ ਵਿੱਚ ਜਾ ਰਿਹਾ ਹੈ। ਪਹੁੰਚਿਓ ਪੁਰੀ ਸਦਨ ਤਬ ਗਇਓ, ਇਹਨਾਂ ਗੱਲਾਂ ਨੂੰ ਸੋਚਦਿਆਂ ਚਿਤਵਦਿਆਂ ਚੰਦੂ ਲਾਹੌਰ ਤੋਂ ਚੱਲ ਕੇ ਦਿੱਲੀ ਪਹੁੰਚਿਆ ਹੈ। ਕਲੈ ਸੁਤਾ ਦੇਖਤ ਦੁਖ ਪਇਓ, ਪਹਿਲਾਂ ਆਪਣੇ ਘਰ ਆਇਆ, ਘਰ ਆ ਕੇ ਆਪਣੀ ਲੜਕੀ ਨੂੰ ਵੇਖਿਆ ਜਿਹੜੀ ਕਲਹ ਦਾ ਅਵਤਾਰ ਸੀ। ਕਹਿੰਦੇ ਕਲਹ ਦੇ ਇਹਦੇ ਕਰਕੇ ਹੀ ਸਾਰੇ ਕਲੇਸ਼ ਹੋਏ। ਕਹਿੰਦੇ ਜਿਹੜੀ ਕਲਹ ਦਾ ਅਵਤਾਰ ਸੀ ਉਹ ਲੜਕੀ ਇਹਨੇ ਆ ਕੇ ਆਪਣੇ ਘਰ 'ਚ ਵੇਖੀ। ਜਿਸ ਹਿਤ ਪਾਪ ਕੀਨ ਬਹੁ ਤੇਰਾ, ਜਿਸ ਲੜਕੀ ਨੂੰ ਵਸਾਉਣ ਲਈ, ਉਹਦਾ ਵਿਆਹ ਕਰਨ ਲਈ ਇਹਨੇ ਏਡਾ ਵੱਡਾ ਪਾਪ ਕੀਤਾ। ਪਾਪ ਕਰਦਿਆਂ ਰੰਚਕ ਭਰ ਵੀ ਮਨ 'ਚ ਗੁਰੇਜ ਨਹੀਂ ਕੀਤਾ। ਇਹ ਪਾਪ ਕਰਦਿਆਂ ਇਹਦੇ ਮਨ 'ਚ ਕੋਈ ਡਰ ਤੇ ਸਹਿਮ ਨਹੀਂ ਆਇਆ ਵੀ ਕਿੱਡੇ ਵੱਡੇ ਸਤਿਗੁਰੂ ਸ਼ਾਂਤੀ ਦੇ ਮਹਾਨ ਮੁਜੱਸਮੇ ਗੁਰਦੇਵ ਕਿ ਤੱਤੀ ਤਵੀ ਤੇ ਬਹਿ ਕੇ ਵੀ ਕਹਿੰਦੇ ਆ ਸਾਰਿਆਂ ਦਾ ਭਲਾ ਹੋਵੇ। ਐਸੇ ਸਤਿਗੁਰਾਂ ਨੂੰ ਸ਼ਹੀਦ ਕਰਨ ਦਾ ਕਿੱਡਾ ਵੱਡਾ ਬੱਜਰ ਪਾਪ ਉਹ ਚੰਦੂ ਨੇ ਇਸੇ ਕੰਨਿਆ ਕਰਕੇ ਇਸ ਲੜਕੀ ਲਈ ਕੀਤਾ ਹੈ। ਤਉ ਨ ਤਿਸ ਕੋ ਸੁਖ ਕਿ ਮਹੀਰਾ, ਸੋਚਦਾ ਵੀ ਜਿਹਦੇ ਲਈ ਮੈਂ ਏਡਾ ਵੱਡਾ ਬੱਜਰ ਪਾਪ ਕੀਤਾ, ਗੁਰੂ ਪੀਰ ਨੂੰ ਕਤਲ ਕੀਤਾ, ਉਹਨੂੰ ਮੈਂ ਫਿਰ ਵੀ ਸੁਖ ਨਹੀਂ ਦੇ ਸਕਿਆ, ਆਪਣੀ ਉਸ ਲੜਕੀ ਨੂੰ ਫਿਰ ਵੀ ਸੁਖੀ ਨਹੀਂ ਵਸਾ ਸਕਿਆ। ਜਹਾਂਗੀਰ ਕੇ ਤੀਰਜ ਜਾਏ, ਹੁਣ ਬਾਦਸ਼ਾਹ ਜਹਾਂਗੀਰ ਦੇ ਕੋਲ ਜੇ ਜਾਵਾ, ਸਭ ਸੋ ਮਿਲਿਓ ਪ੍ਰੇਮ ਉਪਜਾਏ। ਹੁਣ ਉੱਥੇ ਜਾ ਕੇ ਗੱਲਬਾਤ ਕਰਾਂ। ਜਹਾਂਗੀਰ ਦੇ ਕੋਲ ਜਾ ਕੇ ਪਹਿਲਾਂ ਜਿਹੜੇ ਜਹਾਂਗੀਰ ਦੇ ਨਿਕਟ ਅਹਿਲਕਾਰ ਸੀ, ਨਿਕਟ ਵਰਤੀ, ਜਿਹੜੇ ਵਜ਼ੀਰ ਸੀ, ਅਫਸਰ ਸੀ, ਆਲਾ ਅਧਿਕਾਰੀ ਸੀ, ਚੰਦੂ ਨੇ ਪਹਿਲਾਂ ਉਹਨਾਂ ਨਾਲ ਮੇਲ ਮਿਲਾਪ ਕੀਤਾ, ਉਹਨਾਂ ਨਾਲ ਮਿਲ ਕੇ ਸਾਂਝ ਪਾਈ। ਕਿਸੇ ਨੂੰ ਮਾਇਆ ਦਿੱਤੀ, ਕਿਸੇ ਨੂੰ ਕੋਈ ਤੋਹਫਾ ਦਿੱਤਾ, ਕਿਸੇ ਨੂੰ ਕੋਈ ਇਨਾਮ ਦਿੱਤਾ, ਕਿਸੇ ਨੂੰ ਹੱਥ ਜੋੜ ਕੇ ਮਿੰਨਤ ਤਰਲਾ ਕੀਤਾ। ਬੋ ਮੋਲਾ ਕਿਸੂ ਪਟ ਦੇਤ, ਕਿਸੇ ਨੂੰ ਬਹੁਤ ਵਧੀਆ ਕੀਮਤੀ ਪੁਸ਼ਾਕ ਲੈ ਕੇ ਆਇਆ ਸੀ ਲਾਹੌਰ ਤੋਂ, ਬੜੇ ਵਧੀਆ ਕੱਪੜੇ ਬਣਦੇ ਸੀ ਉੱਥੋਂ, ਉਹ ਕੱਪੜੇ ਲਿਆਇਆ ਤੇ ਉਹ ਦਿੱਤੇ। ਕਾਹੂ ਖੁਸ਼ਾਮਤ ਕਰ ਖੁਸ਼ ਲੀਤ, ਤੇ ਕਿਸੇ ਦੀ ਖੁਸ਼ਾਮਦ ਕੀਤੀ। ਮਹਾਰਾਜ ਤੁਹਾਡੇ ਬਿਨਾਂ ਤਾਂ ਦੁਨੀਆ 'ਚ ਹਨੇਰਾ ਹੀ ਹੈ ਜੀ, ਤੁਸੀਂ ਨਾ ਹੁੰਦੇ ਤੇ ਦੁਨੀਆ ਦਾ ਕੀ ਬਣਦਾ। ਏਦਾਂ ਦੀਆਂ ਝੂਠੀਆਂ ਖੁਸ਼ਾਮਦਾਂ ਕਈ ਵਜ਼ੀਰਾਂ ਦੀਆਂ ਚੰਦੂ ਨੇ ਕੀਤੀਆਂ। ਕਿਸੋਂ ਦਰਬ ਦੀਨ ਹਰ ਖਾਵੇ, ਕਿਸੇ ਨੂੰ ਪੈਸੇ ਦੇ ਕੇ ਖੁਸ਼ ਕੀਤਾ, ਪੈਸੇ ਰੁਪਈਏ ਰਕਮ ਦੇ ਕੇ ਪ੍ਰਸੰਨ ਕਰ ਲਿਆ। ਫਿਰ ਘੇਰ ਤੇ ਬਾਤ ਜਨਾਵੇ, ਤੇ ਫੇਰ ਘੇਰ ਕੇ ਅਖੀਰ ਨੂੰ ਆਪਣੀ ਮੁੱਦੇ ਦੀ ਗੱਲ ਵੀ ਕਰਦਾ। ਪਹਿਲਾਂ ਉਹਨਾਂ ਨੂੰ ਖੁਸ਼ ਕਰਦਾ ਵੀ ਮੈਂ ਲਾਹੌਰੋਂ ਆਇਆ, ਤੁਹਾਡੇ ਲਈ ਇਨਾਮ ਲਿਆਇਆ, ਮੁੜ ਕੇ ਬਾਅਦ ਵਿੱਚ ਆਪਣੀ ਫਿਰ ਗੱਲ ਕਰਦਾ ਮੁੱਦੇ ਦੀ ਉਹਨਾਂ ਨਾਲ। ਮਰਿਓ ਗੁਰੂ ਅਰਜਨ ਲਵਪੁਰ ਮੈਂ, ਕਹਿੰਦਾ ਜੀ ਗੁਰੂ ਅਰਜਨ ਦੇਵ ਸਾਹਿਬ ਲਾਹੌਰ ਵਿੱਚ ਸ਼ਹੀਦ ਹੋ ਗਏ ਨੇ, ਉਹਨਾਂ ਨੇ ਸਰੀਰ ਤਿਆਗ ਦਿੱਤਾ ਉੱਥੇ ਮੇਰੇ ਕੋਲੋਂ ਹੀ ਤਸ਼ੱਦਦ ਚੱਲਦਿਆਂ। ਨਿਸਹਿ ਜਾ ਹੋਏ ਗਿਓ ਉਦਰ ਮੈਂ, ਪਰ ਇਹਨੇ ਬਹਾਨਾ ਕੀ ਲਾਇਆ। ਕਹਿੰਦਾ ਜੀ ਉਹਨਾਂ ਨੂੰ ਨਾ ਹੈਜਾ ਹੋ ਗਿਆ ਸੀ ਰਾਤ ਨੂੰ, ਮੇਰੇ ਕੋਲ ਹੀ ਉਹਨਾਂ ਨੇ ਸਰੀਰ ਤਿਆਗਿਆ, ਗੁਜਰੇ ਨੇ, ਤੇ ਇਹ ਨਹੀਂ ਦੱਸਿਆ ਵੀ ਮੈਂ ਕਰਤੂਤ ਕੀ ਕੀਤੀ ਹੈ। ਕਹਿੰਦਾ ਜੀ ਉਹਨਾਂ ਨੂੰ ਮੇਰੇ ਕੋਲ ਹੈਜਾ ਹੋ ਗਿਆ ਸੀ। ਸ਼ਾਹ ਸਮੀਪ ਨ ਕਹੋ ਪ੍ਰਸੰਗ, ਬਸ ਤੁਸੀਂ ਇੰਨੀ ਕੁ ਮਿਹਰਬਾਨੀ ਕਰਿਓ ਵੀ ਬਾਦਸ਼ਾਹ ਕੋਲ ਇਸ ਗੱਲ ਦਾ ਜ਼ਿਕਰ ਨਾ ਕਰਿਓ ਵੀ ਗੁਰੂ ਜੀ ਸ਼ਹੀਦ ਹੋ ਗਏ, ਵੀ ਉਹਨਾਂ ਨੇ ਸਰੀਰ ਤਿਆਗ ਦਿੱਤਾ। ਗਏ ਉਹ ਹੈਜੇ ਨਾਲ ਹੀ ਨੇ, ਹੈਜੇ ਨਾਲ ਉਹਨਾਂ ਦਾ ਸਰੀਰ ਉਹਨਾਂ ਨੇ ਤਿਆਗਿਆ।
ਆਪਣੀ ਕਰਤੂਤ ਨਹੀਂ ਦੱਸੀ ਵੀ ਮੈਂ ਕੀ ਕੀਤਾ। ਪਤਾ ਤਾਂ ਉਹਨਾਂ ਨੂੰ ਵੀ ਸੀ ਵਜ਼ੀਰਾਂ ਨੂੰ ਵੀ ਇਹਨੂੰ ਤਾਂ ਵਰਤਿਆ ਹੀ ਜਾ ਰਿਹਾ, ਇਹਨੂੰ ਤਾਂ ਇਹ ਨਹੀਂ ਪਤਾ ਵੀ ਮੇਰੇ ਨਾਲ ਕੀ ਹੋਇਆ। ਉਹ ਕਹਿਣ ਲੱਗਾ ਜੀ ਹੈਜੇ ਨਾਲ ਸਰੀਰ ਤਿਆਗ ਗਏ ਨੇ, ਪਰ ਤੁਸੀਂ ਇਸ ਗੱਲ ਦਾ ਜ਼ਿਕਰ ਬਾਦਸ਼ਾਹ ਕੋਲ ਨਾ ਹੋਣ ਦਿਓ। ਜੇ ਬਾਦਸ਼ਾਹ ਕੋਲੇ ਗੱਲ ਚੱਲੇ ਤੇ ਤੁਸੀਂ ਰੋਕ ਦੇਣੀ ਹੈ। ਜੀ ਚੱਲ ਪਰੇ ਕਹੋ ਇਸ ਢੰਗ, ਜੇ ਕਿਤੇ ਗੱਲ ਪਹਿਲੀ ਗੱਲ ਤਾਂ ਚੱਲਣ ਨਹੀਂ ਦੇਣੀ, ਜੇ ਕਿਤੇ ਚੱਲ ਵੀ ਪਵੇ ਤੇ ਤੁਸੀਂ ਇਸ ਤਰੀਕੇ ਨਾਲ ਗੱਲ ਕਰਨੀ ਹੈ। ਕੋ ਨਾਮ ਲੇਤ ਹੈ ਮੇਰੋ, ਤੁਸੀਂ ਇਹ ਗੱਲ ਕਰਨੀ ਹੈ ਵੀ ਗੁਰੂ ਜੀ ਹੈਜੇ ਨਾਲ ਸਰੀਰ ਤਿਆਗ ਗਏ ਨੇ। ਕਿਉਂਕਿ ਆਮ ਕਰਕੇ ਲੋਕ ਕਈ ਮੇਰਾ ਨਾਂ ਲੈ ਰਹੇ ਨੇ, ਆਖੇ ਜੀ ਚੰਦੂ ਨੇ ਉਹਨਾਂ ਨੂੰ ਸ਼ਹੀਦ ਕੀਤਾ। ਤੁਮ ਟਿਗ ਕਹੇ ਝਿਰਕ ਦਿਓ ਫੇਰੋ, ਤੇ ਜੇ ਕਿਤੇ ਤੁਹਾਡੇ ਕੋਲ ਆ ਕੇ ਕੋਈ ਇਹ ਗੱਲ ਬਾਤ ਕਰੇ ਵੀ ਚੰਦੂ ਨੇ ਸ਼ਹੀਦ ਕੀਤਾ, ਤੁਸੀਂ ਝਿੜਕ ਦਿਓ ਉਹਨੂੰ, ਝਿੜਕ ਕੇ ਉਹਨੂੰ ਦੂਰ ਕਰ ਦਿਓ, ਉਹਨੂੰ ਕਚਹਿਰੀ 'ਚ ਨਾ ਵੜਨ ਦਿਓ। ਜੇ ਕੋਈ ਏਦਾਂ ਦਾ ਬੰਦਾ ਆਵੇ, ਹੋਏ ਨਾ ਅਸ ਸੁਣ ਕੇ ਪਤਸ਼ਾਉ, ਕਿਤੇ ਐਸਾ ਨਾ ਹੋਵੇ ਕਿ ਬਾਦਸ਼ਾਹ ਜਦੋਂ ਇਹ ਗੱਲ ਸੁਣੇ ਕਿ ਚੰਦੂ ਦੇ ਤਸੀਹਾਂ ਕਰਕੇ ਗੁਰੂ ਜੀ ਸ਼ਹੀਦ ਹੋਏ ਨੇ, ਮੁਝ ਪਰ ਕੋਪ ਕਰੇ ਉਰਮਾਉ, ਬਾਦਸ਼ਾਹ ਮੇਰੇ ਤੇ ਖਫਾ ਹੋਵੇਗਾ, ਮੇਰੇ ਤੇ ਗੁੱਸਾ ਕਰੇਗਾ, ਨਾਰਾਜ਼ ਹੋਵੇਗਾ। ਨਰ ਸਭ ਸਭਾ ਕੀਰ ਅਪਨਾਏ, ਬਸ ਤੁਸੀਂ ਹੁਣ ਇਸ ਗੱਲ ਦਾ ਖਿਆਲ ਰੱਖਣਾ ਵੀ ਮੇਰੀ ਪੈਰਵਾਈ ਕਰਨੀ ਆ ਬਾਦਸ਼ਾਹ ਕੋਲ ਪੂਰੀ। ਗੁਰੂ ਜੀ ਦਾ ਜ਼ਿਕਰ ਨਹੀਂ ਚੱਲਣ ਦੇਣਾ। ਜੇ ਕਿਤੇ ਚੱਲੇ ਤੇ ਇਹ ਕਹਿਣਾ ਵੀ ਹੈਜੇ ਨਾਲ ਸਰੀਰ ਤਿਆਗ ਗਏ ਨੇ। ਜੇ ਕੋਈ ਮੇਰਾ ਨਾਂ ਲਵੇ ਤੇ ਤੁਸੀਂ ਉਹਨੂੰ ਵਰਜ ਦੇਣਾ, ਰੋਕ ਦੇਣਾ। ਬਸ ਇਹ ਮੇਰੀ ਹਮਾਇਤ ਤੁਸੀਂ ਬਾਦਸ਼ਾਹ ਦੀ ਕਚਹਿਰੀ 'ਚ ਸਾਰਿਆਂ ਨੇ ਰਲ ਕੇ ਕਰਨੀ। ਤੋ ਏਦਾਂ ਚੰਦੂ ਨੇ ਜਿੰਨੇ ਅਫਸਰ ਸੀ ਬਾਦਸ਼ਾਹ ਦੇ ਨਿਕਟਵਰਤੀ ਅਹਿਲਕਾਰ, ਉਹਨਾਂ ਸਾਰਿਆਂ ਨੂੰ ਆਪਣੇ ਵੱਲ ਕਰ ਲਿਆ। ਤਰਸਤ ਜਤਨ ਚਿਤਵਤ ਸਮੁਦਾਇ, ਹੁਣ ਮਨ ਦੇ ਵਿੱਚ ਦਰਸਿਆ ਡਰਿਆ ਵੀ ਹੋਇਆ ਚੰਦੂ ਵੀ ਕਿਤੇ ਗੱਲ ਉਗੜ ਨਾ ਜਾਵੇ, ਪ੍ਰਗਟ ਨਾ ਹੋ ਜਾਵੇ। ਇਹਦੇ ਲਈ ਕਈ ਤਰ੍ਹਾਂ ਦੇ ਉਪਾਅ ਸੋਚਦਾ ਹੈ, ਕਈ ਤਰ੍ਹਾਂ ਦੇ ਯਤਨ ਚਿਤਵਦਾ ਵੀ ਕੀ ਕਰਾਂ। ਮਿਲਿਓ ਸ਼ਾਹ ਕੇ ਪਾਸ ਪਹੁੰਚਾ, ਸਾਰਿਆਂ ਨੂੰ ਮਿਲਣ ਤੋਂ ਬਾਅਦ ਫਿਰ ਇਹ ਜਹਾਂਗੀਰ ਬਾਦਸ਼ਾਹ ਨੂੰ ਜਾ ਕੇ ਮਿਲਿਆ। ਸੁਜਾਸੀ ਉਚਾਰਤ ਪਾਤੈ ਮੂਚਾ, ਬਾਦਸ਼ਾਹ ਕੋਲ ਜਾਂਦਿਆਂ ਪਹਿਲਾਂ ਇਹਨੇ ਬਾਦਸ਼ਾਹ ਦੀਆਂ ਖੁਸ਼ਾਮਦਾਂ ਕੀਤੀਆਂ, ਜਾਂ ਪਨਾ ਆਲਮ ਪਨਾ, ਏਦਾਂ ਦੀਆਂ ਕਈ ਵਡਿਆਈਆਂ ਕਰਕੇ, ਐ ਪਾਤਸ਼ਾਹ ਇਹ ਆਲਮ ਪਨਾ ਮੇਰੀ ਸਲਾਮ ਕਬੂਲ ਕਰੋ। ਏਦਾਂ ਵਡਿਆਈ ਕਰਦਿਆਂ ਬਾਦਸ਼ਾਹ ਨੂੰ ਇਹਨੇ ਆ ਕੇ ਸਲਾਮ ਕੀਤੀ। ਨੈ ਸਤਿਗੁਰ ਕੀ ਕਿਨੋ ਸੁਨਾਈ, ਹੁਣ ਉਹ ਬਾਦਸ਼ਾਹ ਲੋਕ ਨੇ, ਉਹਨਾਂ ਨੇ ਗੁਰੂ ਪਾਤਸ਼ਾਹ ਦਾ ਕੋਈ ਜ਼ਿਕਰ ਹੀ ਨਹੀਂ ਕੀਤਾ, ਨਾ ਕਿਸੇ ਹੋਰ ਨੇ ਗੁਰੂ ਪਾਤਸ਼ਾਹ ਦਾ ਜ਼ਿਕਰ ਚਲਾਇਆ। ਅਪਰ ਪ੍ਰਸੰਗਨ ਬਾਤ ਚਲਾਈ, ਚੰਦੂ ਨੇ ਜਾਣ ਬੁੱਝ ਕੇ ਹੋਰ ਹੀ ਗੱਲਾਂ ਛੇੜ ਲੀਆਂ। ਜੀ ਫਲਾਣੇ ਪਾਸੇ ਦਾ ਨਵਾਬ ਏਦਾਂ ਮਾਮਲਾ ਨਹੀਂ ਸੀ ਦਿੰਦਾ, ਮੈਂ ਉਹਦੇ ਕੋਲੋਂ ਮਾਮਲਾ ਲਿਆਇਆ ਇਕੱਠਾ ਕਰਕੇ। ਜੀ ਫਲਾਣੇ ਸ਼ਹਿਰ ਦਾ ਮੁਨਸ਼ੀ ਮਾੜਾ ਸੀ, ਉਹਨੂੰ ਮੈਂ ਸਿੱਧਾ ਕਰਕੇ ਆਇਆ। ਏਦਾਂ ਹੋਰ ਹੀ ਗੱਲਾਂ ਚਲਾ ਲੀਆਂ, ਗੁਰਦੇਵ ਦੀ ਕੋਈ ਗੱਲ ਨਹੀਂ ਚੱਲਣ ਦਿੱਤੀ। ਇਮ ਨਿਤ ਪ੍ਰਤ ਰਹਿ ਸ਼ਾਹ ਅਗਾਰੇ, ਏਦਾਂ ਚੰਦੂ ਰੋਜ਼ ਆ ਜਾਂਦਾ ਬਾਦਸ਼ਾਹ ਦੀ ਕਚਹਿਰੀ 'ਚ, ਸਭ ਤੋਂ ਮੂਹਰੇ ਹੋ ਕੇ ਬਹਿੰਦਾ। ਦੀਵਾਨ ਜੋ ਹੋਇਆ ਤੇ ਗੁਰੂ ਪਾਤਸ਼ਾਹ ਦਾ ਕੋਈ ਚਿਰਚਾ, ਗੁਰੂ ਘਰ ਦੀ ਕੋਈ ਖਬਰ ਇੱਥੇ ਬਾਦਸ਼ਾਹ ਦੀ ਕਚਹਿਰੀ 'ਚ ਚੱਲਣ ਨਹੀਂ ਦਿੰਦਾ। ਸਨੇ ਸਨੇ ਮਨ ਤਰਾਸ ਬਿਸਾਰੇ, ਮਨ ਦੇ ਵਿੱਚੋਂ ਫਿਰ ਹੌਲੇ ਦਾ ਡਰ ਜਾਣ ਲੱਗਾ ਵੀ ਜਦੋਂ 2 ਦਿਨ 4 ਦਿਨ 10 ਦਿਨ 20 ਦਿਨ ਬੀਤ ਗਏ ਨਾ, ਇਹਨੇ ਵੇਖਿਆ ਵੀ ਹੁਣ ਗੱਲ ਸਾਰੀ ਨੋਰਮਲ ਹੋ ਗਈ ਹੈ। ਹੌਲੇ ਕਰਕੇ ਇਹਦੇ ਮਨ 'ਚੋਂ ਡਰ ਜਾਣ ਲੱਗਾ। ਸਿੱਖਨ ਵਿਖੇ ਬਿਦਤ ਬਹੁ ਭਇਓ, ਇਧਰ ਸਿੱਖਾਂ ਦੇ ਵਿੱਚ ਸਾਰੀ ਗੱਲ ਵਿਦਤ ਹੋ ਗਈ, ਪ੍ਰਗਟ ਹੋ ਗਈ ਕਿ ਚੰਦੂ ਨੇ ਮਲੇਛਪੁਣਾ ਕੀਤਾ। ਚੰਦੂ ਘਰ ਗੁਰ ਤਨ ਤਜ ਦਇਓ, ਕਿ ਚੰਦੂ ਦੇ ਘਰ ਗੁਰਦੇਵ ਨੇ ਸ਼ਹੀਦੀ ਪ੍ਰਾਪਤ ਕੀਤੀ ਹੈ। ਤੋ ਡਰਤ ਨੇ ਸਖਤ ਉਚਾਰੇ, ਪਰ ਸਿੱਖ ਡਰੇ ਹੋਏ ਸੀ, ਚੰਦੂ ਦਾ ਭੈ ਮੰਨਦੇ ਸੀ। ਤਦੇ ਤੇ ਸਤਿਗੁਰਾਂ ਸ਼ਸਤਰ ਧਾਰੀ ਬਣਾ ਕੇ ਬੀਰਸ ਭਰਨਾ ਵੀ ਡਰ ਕੇ ਜ਼ੁਲਮ ਨਹੀਂ ਸਹਿਣਾ। ਜ਼ੁਲਮ ਹੁੰਦਾ ਉਹਦੇ ਖਿਲਾਫ ਆਵਾਜ਼ ਬੁਲੰਦ ਕਰਨੀ ਹੈ। ਤੋ ਮਹਾਰਾਜ ਸੱਚੇ ਪਾਤਸ਼ਾਹ ਨੇ ਉਹ ਬਿਰਤੀ ਭਰਨੀ ਸੀ। ਹਾਲੇ ਉਹ ਆਮ ਜਿਹੜੇ ਸਿੱਖ ਸੀ ਦਿੱਲੀ ਆਦਿਕ ਦੇ ਰਹਿਣ ਵਾਲੇ, ਉਹ ਹੁਣ ਚੁੱਪ ਰਹਿੰਦੇ, ਇਹ ਗੱਲ ਪ੍ਰਗਟ ਨਹੀਂ ਕਰਦੇ। ਪਤਾ ਸਾਰਿਆਂ ਨੂੰ ਹੈ ਪਰ ਬੋਲਦਾ ਨਹੀਂ ਕੋਈ। ਮਿਲੇ ਪਰਸਪਰ ਅਗੀ ਤਿਕਾਰੇ, ਔਰ ਜਦੋਂ ਸਿੱਖ ਆਪਸ ਵਿੱਚ ਮਿਲਦੇ ਨੇ ਫਿਰ ਜ਼ਰੂਰ ਧਰਕਾਰਾਂ ਪਾਉਂਦੇ ਚੰਦੂ ਤੇ।
ਪਾਪੀ ਤੇ ਬਹੁਤ ਲਾਹਨਤਾਂ ਤੇ ਤਰਕਾਰਾਂ ਪਾਉਂਦੇ ਹਨ। ਸਨੇ ਸਨੇ ਕੈ ਆਪਸ ਮਾਈ, ਆਪਸ ਵਿੱਚ ਗੱਲਾਂ ਕਰਦੇ, ਸਹਿਜੇ ਸਹਿਜੇ ਵਿਚਾਰਾਂ ਕਰਦੇ। ਕੀਨ ਮਹਾ ਅਗ ਪਚੈ ਸੁਨਾਈ, ਕਹਿੰਦੇ ਨੇ ਬੜਾ ਵੱਡਾ ਪਾਪ ਕੀਤਾ, ਇਹ ਪਾਪ ਇਹਨੂੰ ਪਚਣਾ ਨਹੀਂ ਚੰਦੂ ਨੂੰ। ਜਿੱਡਾ ਵੱਡਾ ਬਜਰ ਪਾਪ ਇਹਨੇ ਕੀਤਾ, ਇਹ ਪਾਪ ਹੀ ਇਹਨੂੰ ਗਰਕ ਕਰੇਗਾ। ਸ਼੍ਰੀ ਹਰਿ ਗੋਬਿੰਦ ਗੁਰ ਸੁਤ ਬਲੀ, ਧੰਨ ਗੁਰੂ ਅਰਜਨ ਦੇਵ ਸਾਹਿਬ ਜੀ, ਜੋ ਉਹਨਾਂ ਦੇ ਸਾਹਿਬਜ਼ਾਦੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਬੜੇ ਬਲੀ ਨੇ, ਬੜੇ ਸੂਰਮੇ ਨੇ, ਯੋਧੇ ਨੇ, ਦਲ ਭੰਜਨ ਨੇ। ਤਿਨਹੁ ਪ੍ਰਣ ਕੀ ਨਸਬਿਦ ਭਲੀ, ਉਹਨਾਂ ਨੇ ਪ੍ਰਣ ਕੀਤਾ। ਸੰਗਤ ਵਿੱਚ ਇਹ ਵਿਚਾਰ ਹੁੰਦੀ ਜਦੋਂ ਸਿੱਖ ਮਿਲਦੇ ਆ, ਕਹਿੰਦੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਪ੍ਰਣ ਕੀਤਾ ਹੈ। ਪਿਤ ਕੋ ਬੈਰ ਲਏ ਹੋਂ ਐਸੀ, ਕਿ ਅਸੀਂ ਆਪਣੇ ਪਿਤਾ ਦੀ ਸ਼ਹੀਦੀ ਦਾ ਬਦਲਾ ਇਸ ਮਲੇਛ ਕੋਲੋਂ ਇਉਂ ਲਵਾਂਗੇ। ਹਤੋਂ ਦੁਸ਼ਟ ਅਪਜਸ ਜੁਤ ਜੈਸੇ, ਕਿ ਇਸ ਦੁਸ਼ਟ ਨੂੰ ਮਾਰਾਂਗੇ। ਇਹ ਅਪਜਸ ਦੇ ਸਹਿਤ ਅਨਾਦਰ ਨੂੰ ਝੱਲਦਿਆਂ ਮਰੇਗਾ ਮਲੇਛ ਚੰਦੂ। ਹਲਤ ਵਿਖੇ ਕਰ ਆਨਨਕਾਰਾ, ਇਸ ਲੋਕ ਵਿੱਚ ਚੰਦੂ ਦਾ ਮੂੰਹ ਕਾਲਾ ਕਰਕੇ ਫੇਰਾਂਗੇ ਦਰ ਦਰ ਤੇ। ਤਥਾ ਪਲਤ ਮੈਂ ਜਾਏ ਦੁਖਾਰਾ, ਫਿਰ ਅੱਗੇ ਪਰਲੋਕ ਵਿੱਚ ਵੀ ਨਰਕ ਹੀ ਭੋਗੇਗਾ ਇਹ ਮਲੇਛ। ਇਹ ਪ੍ਰਣ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕੀਤਾ ਹੈ। ਹਿਤ ਹਤ ਬੇਬੋ ਸ਼ਪਥ ਕਰੀਏ, ਚੰਦੂ ਨੂੰ ਮਾਰਨ ਦਾ ਪ੍ਰਣ ਕੀਤਾ ਛੇਵੇਂ ਪਾਤਸ਼ਾਹ ਜੀ ਨੇ। ਸਰਬ ਸਭਾ ਕੇ ਸ਼ਰਵਨ ਪਰੀਏ, ਔਰ ਇਹ ਗੱਲ ਜਦੋਂ ਉਹਨਾਂ ਨੇ ਕਈ ਸਾਰੀ ਸਭਾ ਨੇ ਸੁਣੀ ਹੈ, ਸਾਰੀ ਸੰਗਤ ਨੇ ਇਹ ਗੱਲ ਸੁਣੀ ਹੈ, ਜਦੋਂ ਛੇਵੇਂ ਪਾਤਸ਼ਾਹ ਨੇ ਪ੍ਰਣ ਕੀਤਾ ਚੰਦੂ ਨੂੰ ਮਾਰਨ ਦਾ। ਦੇਸ਼ ਵਿਦੇਸ਼ ਵਿਖੇ ਵਿਦਤਾਈ, ਇਹ ਗੱਲ ਸਾਰਿਆਂ ਦੇਸ਼ਾਂ ਵਿੱਚ, ਵਿਦੇਸ਼ਾਂ ਵਿੱਚ, ਹਰ ਜਗ੍ਹਾ ਤੇ ਜਿੱਥੇ ਜਿੱਥੇ ਵੀ ਗੁਰੂ ਕੀ ਸੰਗਤ ਵਸਦੀ ਹੈ, ਸਾਰਿਆਂ ਵਿੱਚ ਇਹ ਗੱਲ ਪ੍ਰਗਟ ਹੋਈ ਹੈ। ਸਤਿਗੁਰ ਹਤੇ ਨ ਤਜੇ ਕਦਾਈ, ਕਿ ਸਤਿਗੁਰੂ ਜੀ ਉਸ ਮਲੇਛ ਚੰਦੂ ਨੂੰ ਮਾਰਨਗੇ ਹੀ ਮਾਰਨਗੇ, ਉਹ ਕਦੇ ਪਿੱਛੇ ਨਹੀਂ ਹਟਣਗੇ, ਆਪਣਾ ਪ੍ਰਣ ਪੂਰਾ ਕਰਨਗੇ ਹੀ ਕਰਨਗੇ। ਕੀਤਕ ਸਿੱਖ ਤਿਨ ਮੈਂ ਜੋ ਸਿਆਣੇ, ਏਦਾਂ ਜਿਹੜੇ ਸਿਆਣੇ ਸਿੱਖ ਸੀ, ਆਪਣੇ ਆਪ ਨੂੰ ਕਹਾਉਣ ਵਾਲੇ ਵੀ ਅਸੀਂ ਸਿਆਣੇ ਆ। ਸਿਆਣਿਆਂ ਨੇ ਤੇ ਆਪਣੀ ਅਕਲ ਨਾਲ ਹੀ ਸੋਚਣਾ ਹੁੰਦਾ ਨਾ। ਉਹ ਜਿਹੜੇ ਆਪਣੇ ਆਪ ਨੂੰ ਸਿਆਣੇ ਤੇ ਬੁੱਧੀਮਾਨ ਸਿੱਖ ਕਹਾਉਂਦੇ ਸਨ, ਮਰਨੋ ਕਠਨ ਚੰਦੂ ਕੋ ਜਾਣੇ, ਉਹ ਗੱਲਾਂ ਕਰਦੇ। ਕਹਿੰਦੇ ਚੰਦੂ ਨੂੰ ਮਾਰਨਾ ਕੋਈ ਸੌਖੀ ਗੱਲ ਹੈ, ਚੰਦੂ ਏਦਾਂ ਮਰ ਜਾਏਗਾ ਭਲਾ। ਉਹ ਏਦਾਂ ਦੇ ਗੱਲਾਂ ਕਰਦੇ ਜਿਹੜੇ ਆਪਣੀ ਬੁੱਧੀ ਨੂੰ ਮੂਹਰੇ ਰੱਖਦੇ, ਜਿਹੜੇ ਗੁਰੂ ਸਾਹਿਬ ਜੀ ਨੂੰ, ਸਤਿਗੁਰੂ ਜੀ ਨੂੰ ਸਮਰੱਥ ਨਹੀਂ ਸਮਝਦੇ ਵੀ ਉਹ ਕੁਝ ਵੀ ਕਰ ਸਕਦੇ ਆ, ਜਿਹੜੇ ਆਪਣੀ ਅਕਲ ਨਾਲ ਹੀ ਸੋਚਦੇ ਅਲਾ ਚੰਦੂ ਨੂੰ ਮਾਰਨਾ ਕੋਈ ਸੌਖੀ ਗੱਲ ਹੈ। ਬਾਦਸ਼ਾਹ ਦਾ, ਹਿੰਦੁਸਤਾਨ ਦੇ ਬਾਦਸ਼ਾਹ ਦਾ ਉਹ ਦੀਵਾਨ ਹੈ। ਸ਼ਾਹ ਦੀਵਾਨ ਹੁਕਮ ਜਗ ਚਾਲੇ, ਬਾਦਸ਼ਾਹ ਦਾ ਉਹ ਦੀਵਾਨ ਹੈ। ਜਿੱਥੇ ਜਿੱਥੇ ਬਾਦਸ਼ਾਹ ਦਾ ਹੁਕਮ ਚੱਲਦਾ ਹੈ, ਉੱਥੇ ਚੰਦੂ ਦਾ ਹੁਕਮ ਚੱਲਦਾ। ਕਿਮ ਪਕਰਨ ਇਹ ਬਨੇ ਸੁਖਾਲੇ, ਭਲਾ ਇਹ ਗੁਰੂ ਜੀ ਕਿਵੇਂ ਫੜ ਸਕਦੇ ਐਡੇ ਵੱਡੇ ਬਲੀ ਚੰਦੂ ਨੂੰ? ਕਿਵੇਂ ਉਹਨੂੰ ਪਕੜ ਕੇ ਦੁੱਖ ਦੇ ਸਕਦੇ ਆ? ਕਿਵੇਂ ਉਹਦਾ ਮੂੰਹ ਕਾਲਾ ਕਰ ਸਕਦੇ? ਇਹ ਨਹੀਂ ਹੋ ਸਕਦਾ। ਏਦਾਂ ਉਹ ਜਿਹੜੇ ਸਿਆਣੇ ਆਪਣੇ ਆਪ ਨੂੰ ਕਹਾਉਂਦੇ ਆ ਨਾ, ਸਿੱਖ ਅਕਲਮੰਦ, ਉਹ ਏਦਾਂ ਦੀਆਂ ਗੱਲਾਂ ਕਰਦੇ ਨੇ। ਲੋਕ ਹਜ਼ਾਰੋਂ ਮਾਨੇ ਬੈਨ, ਕਹਿੰਦੇ ਹਜ਼ਾਰਾਂ ਲੋਕ ਚੰਦੂ ਦੀ ਗੱਲ ਮੰਨਦੇ ਨੇ, ਜਦੋਂ ਹੁਕਮ ਕਰਦਾ ਲੱਖਾਂ ਲੋਕ ਉਹਦੇ ਹੁਕਮ ਨੂੰ ਮੰਨਦੇ ਨੇ। ਬੈਠੀ ਪਿਕੀ ਸਮੁਖ ਤਿਸ ਨੈਣ, ਔਰ ਹਜ਼ਾਰਾਂ ਲੋਕ ਉਹਦੇ ਵੱਲ ਵੇਖਦੇ ਰਹਿੰਦੇ ਵੀ ਚੰਦੂ ਨੇ ਹੁਣ ਕੀ ਕਹਿਣਾ, ਇਹਨੇ ਹੁਣ ਕੀ ਹੁਕਮਨਾਮਾ ਜਾਰੀ ਕਰਨਾ, ਕੀ ਪਰਵਾਨਾ ਦੇਣਾ। ਚੰਦੂ ਵੱਲ ਵੇਖਦੇ ਨੇ ਲੋਕ। ਸਤਿਗੁਰ ਸੁਤ ਕੀ ਬੈਸ ਨਵੀਨਾ, ਉਹ ਗੱਲਾਂ ਕਰਦੇ ਸਿੱਖ ਆਪਸ ਚ। ਕਹਿੰਦੇ ਗੁਰੂ ਸਾਹਿਬ, ਗੁਰੂ ਅਰਜਨ ਦੇਵ ਸਾਹਿਬ ਦੇ ਜਿਹੜੇ ਸਾਹਿਬਜ਼ਾਦੇ ਨੇ, ਗੁਰੂ ਹਰਗੋਬਿੰਦ ਸਾਹਿਬ ਵਾਲੇ, ਨਵੀਂ ਨਵੀਂ ਉਮਰ ਹੈ, ਬਾਲ ਅਵਸਥਾ ਵਿੱਚ ਨੇ ਤੇ ਬੱਚਿਆਂ ਵਾਲੀਆਂ ਗੱਲਾਂ ਕਰਦੇ ਨੇ। ਬਿਨਾ ਵਿਚਾਰੇ ਪ੍ਰਣ ਕੋ ਕੀਨਾ, ਉਹਨਾਂ ਨੇ ਨਾ ਸਾਰੀਆਂ ਗੱਲਾਂ ਦੀ ਵਿਚਾਰ ਕੀਤੇ ਬਿਨਾ ਪ੍ਰਣ ਕਰ ਲਿਆ, ਬੱਚਿਆਂ ਵਾਂਗੂ ਪ੍ਰਣ ਕਰ ਲਿਆ। ਬੱਚੇ ਜੋ ਸਨ ਤੇ ਇਹ ਪ੍ਰਣ ਕਰ ਲਿਆ। ਭਲਾ ਦੱਸੋ ਵੀ ਚੰਦੂ ਨੂੰ ਕੋਈ ਮਾਰ ਸਕਦਾ? ਬਾਦਸ਼ਾਹ ਦਾ ਏਡਾ ਵੱਡਾ ਉਹ ਦੀਵਾਨ ਹੈ। ਸ਼ਾਹ ਸੰਗ ਕੋ ਸਕੇ ਬਿਗਾਰ, ਕਿਹੜਾ ਇਹੋ ਜਿਹਾ ਸਮਰੱਥ ਇਸ ਵੇਲੇ ਤਾਕਤਵਰ ਬਲਵਾਨ ਜਿਹੜਾ ਬਾਦਸ਼ਾਹ ਨਾਲ ਵਿਗਾੜ ਪਾਵੇ, ਬਾਦਸ਼ਾਹ ਨਾਲ ਜੰਗ ਕਰੇ, ਬਾਦਸ਼ਾਹ ਦੇ ਨਾਲ ਜਾ ਕੇ ਲੜਾਈ ਕਰੇ? ਇੰਨੀ ਤਾਕਤ ਕਿਹਦੇ ਵਿੱਚ ਹੈ ਹਿੰਦੁਸਤਾਨ 'ਚ? ਰਾਜ ਕਰਤ ਜਗ ਕੋਸ ਹਜ਼ਾਰ, ਉਹ ਬਾਦਸ਼ਾਹ ਜਿਹਦਾ ਰਾਜ ਹਜ਼ਾਰਾਂ ਕੋਹਾਂ ਤੱਕ ਚੱਲਦਾ,
ਹਜ਼ਾਰਾਂ ਕੋਹਾਂ ਤੱਕ ਜਿਹਦਾ ਹੁਕਮ ਚੱਲਦਾ, ਜਿਹਦਾ ਸਿੱਕਾ ਚੱਲਦਾ ਹੈ, ਉਹਦੇ ਨਾਲ ਲੜਨਾ ਭਲਾ ਕੋਈ ਸੌਖੀ ਗੱਲ ਹੈ? ਕੌਣ ਲੜ ਸਕਦਾ ਉਹਦੇ ਨਾਲ? ਅਨਗਨ ਸੈਨ ਕੋਸ਼ ਜਿਸ ਪਾਸ। ਫਿਰ ਬਾਦਸ਼ਾਹ ਕੋਲ ਅਣਗਿਣਤ ਸੈਨ ਹੈ, ਖਜ਼ਾਨਾ ਹੈ, ਕਿਲੇ ਨੇ, ਤੋਪਾਂ ਨੇ, ਰਹਿਕਲੇ ਨੇ, ਏਡੇ ਏਡੇ ਵੱਡੀਆਂ ਫੌਜਾਂ ਦਾ ਉਹ ਮਾਲਕ ਹੈ। ਜੈ ਕਹਿ ਰਿਓ ਪ੍ਰਤਾਪ ਪ੍ਰਕਾਸ਼। ਜਿਹਦਾ ਪ੍ਰਤਾਪ ਸਾਰੇ ਪਾਸੇ ਪ੍ਰਕਾਸ਼ ਰਿਹਾ, ਸਰਬ ਥਾਵਾਂ ਤੇ ਜਿਹਦੀ ਮਹਿਮਾ ਪ੍ਰਗਟ ਹੋ ਰਹੀ ਹੈ। ਇਸ ਦੀਵਾਨ ਕੋ ਮੁਸ਼ਕਲ ਪਕਰਨ। ਉਹਦਾ ਦੀਵਾਨ ਫੜਨਾ ਕੋਈ ਸੌਖੀ ਗੱਲ ਹੈ? ਕਦੇ ਨਹੀਂ ਫੜਿਆ ਜਾ ਸਕਦਾ। ਉਹਦੇ ਦੀਵਾਨ ਨੂੰ ਪਕੜ ਕੇ ਫਿਰ ਉਹਦਾ ਮੂੰਹ ਕਾਲਾ ਕਰਕੇ ਫੇਰਨਾ ਜਾਂ ਉਹਨੂੰ ਮਾਰਨਾ, ਇਹ ਹੋ ਹੀ ਨਹੀਂ ਸਕਦਾ। ਇਹ ਕਦੇ ਨਹੀਂ ਕੋਈ ਕਰ ਸਕਦਾ। ਹਮ ਇਹ ਕਰੇ ਵਿਚਾਰਨ ਕੋ ਮਨ। ਕਹਿੰਦੇ ਅਸੀਂ ਤਾਂ ਇਹ ਵਿਚਾਰ ਕਰਦੇ ਆ ਮਨ 'ਚ ਵੀ ਇਹਨੂੰ ਕੌਣ ਫੜ ਸਕਦਾ? ਦੀਵਾਨ ਹੈ, ਐਡਾ ਵੱਡਾ ਤਾਕਤਵਰ ਹੈ। ਕੀਤਕ ਸਿੱਖ ਕਏ ਫਿਰ ਤਾਏ। ਜਿਹੜੇ ਸ਼ਰਧਾਵਾਨ ਸਿੱਖ ਸੀ, ਜਿਨ੍ਹਾਂ ਨੇ ਆਪਣੇ ਦਿਮਾਗ ਨੂੰ ਮੂਹਰੇ ਨਹੀਂ ਧਰਿਆ, ਜਿਹੜੇ ਗੁਰੂ ਦੀ ਮੱਤ ਲੈ ਕੇ ਚੱਲਣ ਵਾਲੇ ਸਨ, ਆਪਣੀ ਮੱਤ ਜਿਨ੍ਹਾਂ ਨੇ ਛੱਡ ਦਿੱਤੀ ਹੈ, ਉਹ ਜਿਹੜੇ ਸਿੱਖ ਸੀ ਨਾ, ਜਿਨ੍ਹਾਂ ਨੂੰ ਇਹ ਕਹਿੰਦੇ ਅਨਪੜ੍ਹ ਨੇ ਜੀ, ਇਹਨਾਂ ਨੂੰ ਪਤਾ ਨਹੀਂ ਜੀ ਕੁਝ, ਉਹ ਸਿੱਖ ਪਤਾ ਕੀ ਕਹਿੰਦੇ ਆ? ਉਹਨਾਂ ਬਾਰੇ ਸੁਣੋ ਜਿਹੜੇ ਗੁਰੂ ਨੂੰ ਪ੍ਰਵਾਨ ਨੇ, ਗੁਰਦੇਵ ਨੂੰ ਉਹ ਪ੍ਰਵਾਨ ਨੇ ਜਿਹੜੇ ਗੁਰੂ ਦੇ ਉੱਤੇ ਸ਼ਰਧਾ ਰੱਖਦੇ ਆ, ਭਾਵਨਾ ਰੱਖਦੇ ਆ। ਉਹ ਗੁਰੂ ਨੂੰ ਪ੍ਰਵਾਨ ਨੇ ਜਿਹੜੇ ਆਪਣੀਆਂ ਅਕਲਾਂ ਨੂੰ ਮੂਹਰੇ ਰੱਖਦੇ ਆ, ਉਹ ਗੁਰੂ ਨੂੰ ਥੋੜੀ ਪ੍ਰਵਾਨ ਹੈ। ਤੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਜਿਹੜੇ ਉਹ ਭਾਵਨਾ ਵਾਲੇ ਸਿੱਖ ਨੇ, ਉਹ ਇਦਾਂ ਗੱਲਾਂ ਕਰਦੇ, ਇਦਾਂ ਜਵਾਬ ਦਿੰਦੇ ਨੇ। ਸਕਲ ਸ਼ਕਤ ਹੈ ਸਤਿਗੁਰ ਮਾਏ। ਕਹਿੰਦੇ ਉਹ ਸੁਣੋ ਵੱਡਿਓ ਸਿਆਣਿਓ, ਸਤਿਗੁਰੂ ਸਰਬ ਪ੍ਰਕਾਰ ਕਰਕੇ ਸ਼ਕਤੀਵਾਨ ਨੇ, ਉਹ ਸਾਰੀਆਂ ਸ਼ਕਤੀਆਂ ਨੂੰ ਧਾਰਨ ਕਰਨ ਵਾਲੇ ਬਲਵਾਨ ਨੇ, ਉਹ ਸਰਬ ਸ਼ਕਤੀਆਂ ਦੇ ਮਾਲਕ ਹਨ। ਕਰੇ ਰੰਕ ਕੋ ਰਾਓ ਵਿਸਾਲ। ਉਹ ਚਾਹਣ ਤੇ ਰੰਕ ਨੂੰ ਰਾਜਾ ਬਣਾ ਸਕਦੇ, ਭਿਖਾਰੀ ਨੂੰ ਰਾਜਾ ਬਣਾਉਂਦਿਆਂ ਦੇਰੀ ਨਹੀਂ ਲਾਉਂਦੇ। ਉਹ ਨੇ ਗੁਰਦੇਵ। ਤੁਸੀਂ ਕਿਹੜੀ ਆਪਣੀ ਅਕਲ ਦੇ ਜਨਾਜੇ ਕੱਢੀ ਜਾਂਦੇ ਜੇ? ਇਸ ਗੱਲ ਨੂੰ ਸੋਚੋ ਕਿ ਸਤਿਗੁਰੂ ਜੀ ਸਰਬ ਕਲਾ ਸਮਰੱਥ ਦੇਵ ਨੇ, ਉਹ ਚਾਹਣ ਤੇ ਰਾਜਿਆਂ ਨੂੰ ਰੰਕ ਬਣਾਉਂਦਿਆਂ ਦੇਰੀ ਨਹੀਂ ਲਾਉਂਦੇ, ਤੇ ਰੰਕ ਨੂੰ ਰਾਜਾ ਬਣਾਉਂਦਿਆਂ ਦੇਰੀ ਨਹੀਂ ਲਾਉਂਦੇ। ਰਾਓ ਰੰਕ ਤਤ ਛਿਨ ਬਚ ਨਾਲ। ਅਗਰ ਉਹ ਪੱਠੀ ਜੇ ਕਰੇ ਸੁਲਤਾਨਾ ਕਾਹੋ ਕਰਾਏਂਦਾ, ਦਰ ਮੰਗਣ ਭਿਖ ਨਾ ਪਾਏਂਦਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੇ ਚਾਹਣ ਤੇ ਰਾਜਿਆਂ ਨੂੰ ਰੰਕ ਬਣਾਉਂਦਿਆਂ ਦੇਰੀ ਨਹੀਂ ਲਾਉਂਦੇ, ਬਚਨ ਨਾਲ ਹੀ, ਬਸ ਬਚਨ ਹੀ ਕਰ ਦੇਣ ਤੇ ਬਚਨ ਨਾਲ ਹੀ ਰਾਜੇ ਰੰਕ ਬਣ ਜਾਂਦੇ ਨੇ ਤੇ ਰੰਕ ਰਾਜੇ ਹੋ ਜਾਂਦੇ ਨੇ। ਅਨਬਨ ਕੋ ਤਤਕਾਲ ਬਣਾਵੇ। ਜਿਹੜੀ ਅਣਬਣੀ ਆ ਨਾ, ਵੀ ਕੋਈ ਕਹੇ ਆ ਹੋ ਨਹੀਂ ਸਕਦਾ, ਸਤਿਗੁਰੂ ਜੀ ਕਹਿਣ ਹੋ ਜਾਏ, ਕਹਿੰਦੇ ਹੋ ਜਾਏਗਾ। ਉਹਨਾਂ ਨੇ ਤਾਂ ਕਹਿਣਾ ਹੀ ਆ ਵੀ ਹੋ ਜਾਏ ਤੇ ਹੋ ਜਾਣਾ। ਉਹਨਾਂ ਦੇ ਇੰਨਾ ਕਹਿੰਦੇ ਆ ਵੀ ਹੋ ਜਾਏ ਤੇ ਬ੍ਰਹਮੰਡ ਬਣ ਗਿਆ। ਜਦੋਂ ਉਹਨਾਂ ਨੇ ਆਖਿਆ ਵੀ ਹੋ ਜਾਏ ਤੇ ਆ ਜਿੰਨਾ ਬ੍ਰਹਮੰਡ ਸੀ ਸਾਰਾ ਬਣ ਗਿਆ, ਜੋ ਹੈ ਹੀ ਨਹੀਂ ਸੀ ਉਹ ਵੀ ਪੈਦਾ ਹੋ ਗਿਆ। ਤੇ ਜੇ ਉਹ ਬਚਨ ਕਰ ਦੇਣ ਜਿਹੜਾ ਵੀ, ਉਹਦਾ ਹੋ ਜਾਣਾ। ਅਣਬਣੀ ਨੂੰ ਵੀ ਕਹਿ ਦੇਣ ਵੀ ਬਣ ਜੂ, ਹੋ ਜੂ ਤੇ ਹੋ ਜਾਏਗਾ। ਬਣੀ ਬਾਤ ਕੋ ਬੋ ਬਿਗਰਾਵੇ। ਤੇ ਜੇ ਉਹ ਚਾਹਣ ਨਾ ਵੀ ਗੱਲ ਕਹੇ ਵੀ ਬਣ ਗਈ ਆ, ਬਸ ਹੋ ਗਿਆ ਜੀ ਇਹ ਕੰਮ, ਤੇ ਉਹ ਬਣੇ ਨੂੰ ਵੀ ਕਹਿਣ ਵੀ ਨਹੀਂ ਬਣਿਆ, ਤੇ ਵਿਗੜ ਜਾਏਗਾ। ਉਹ ਅਣਬਣੀ ਨੂੰ ਬਣਾ ਸਕਦੇ ਆ ਤੇ ਬਣੀ ਹੋਈ ਨੂੰ ਅਣਬਣੀ ਕਰ ਸਕਦੇ ਆ। ਐਸੇ ਸਮਰੱਥ ਨੇ। ਜਾਵਤ ਅਜ਼ਮਤ ਨੇ ਵਿਦਤਾਏ। ਜਦੋਂ ਤਾਈਂ ਉਹਨਾਂ ਨੇ ਆਪਣੀ ਅਜ਼ਮਤ ਨੂੰ, ਕਰਾਮਾਤ ਨੂੰ ਵਿਦਤ ਪ੍ਰਗਟ ਨਹੀਂ ਕੀਤਾ, ਤਾਵਤ ਨਰ ਸਮਕ੍ਰਿਤੀ ਕਰਾਏ। ਉਦੋਂ ਤਾਈਂ ਉਹ ਮਨੁੱਖਾਂ ਵਾਂਗੂ ਕਿਰਤ ਕਰੀ ਜਾਂਦੇ ਆ, ਮਾਨਵੀ ਲੀਲਾ ਦਾ ਰਚਨਾ ਰਚੀ ਜਾਂਦੇ ਨੇ। ਕਰਾਮਾਤ ਰੋਕਨ ਮਤ ਕਨੋ। ਕਿਉਂਕਿ ਉਹਨਾਂ ਦਾ ਮਤ ਹੀ ਹੈ, ਉਹ ਕਰਾਮਾਤ ਨੂੰ ਰੋਕਣ ਵਾਲੇ ਆ, ਉਹ ਕਰਾਮਾਤ ਨੂੰ ਕਹਿਰ ਦੱਸਦੇ ਨੇ। ਨਿਤ ਵਿਵਹਾਰ ਕਰੇ ਨਰ ਮਨੋ। ਔਰ ਜਿਵੇਂ ਆਮ ਬੰਦੇ ਵਿਵਹਾਰ ਕਰਦੇ ਨੇ, ਨਰ ਕਰਦੇ ਨੇ, ਉਦਾਂ ਦੀ ਲੀਲਾ ਕਰਦੇ ਨੇ ਸਤਿਗੁਰੂ ਜੀ। ਜਬ ਚਾਹੇ ਨਿਜ ਪ੍ਰਣ ਨਿਰਬਾਹਨ। ਤੇ ਜੇ ਉਹਨਾਂ ਨੇ ਕੀ ਕੀਤਾ ਨਾ ਪ੍ਰਣ ਚੰਦੂ ਨੂੰ ਮਾਰਨ ਦਾ, ਤੇ ਜਦੋਂ ਉਹਨਾਂ ਨੇ ਆਪਣਾ ਪ੍ਰਣ ਪੂਰਾ ਕਰਨ ਵਾਸਤੇ ਯਤਨ ਕਰਨਾ, ਭਾਵਤ ਕਰੇ ਰੁਕੇ ਕਿਮ ਨਾਹਿਨ। ਫਿਰ ਭਾਣੀ ਜਿਹੜਾ ਹੋਣੀ ਹੈ ਨਾ, ਹੋਣੀ
ਉਹਨੇ ਫਿਰ ਉਦਾਂ ਦਾ ਹੀ ਕਰ ਦੇਣਾ ਜਿਵੇਂ ਉਹਨਾਂ ਨੂੰ ਚੰਗਾ ਲੱਗਦਾ ਗੁਰੂ ਹਰਗੋਬਿੰਦ ਸਾਹਿਬ ਨੂੰ। ਜਦੋਂ ਉਹਨਾਂ ਨੇ ਜੇ ਪ੍ਰਣ ਕੀਤਾ ਤੇ ਜਦੋਂ ਪ੍ਰਣ ਪੂਰਾ ਕਰਨਾ ਨਾ ਉਹਨਾਂ ਆਪਣਾ ਚੰਦੂ ਨੂੰ ਮਾਰਨ ਦਾ, ਹੋਣੀ ਨੇ ਉਦਾਂ ਦਾ ਹੀ ਬਣਾ ਦੇਣਾ ਸਾਰਾ ਕੁਝ ਜਿਵੇਂ ਉਹ ਚਾਹੁੰਦੇ ਹਨ। ਛਟਮ ਗੁਰੂ ਸ਼੍ਰੀ ਨਾਨਕ ਰੂਪ। ਛੇਵੇਂ ਗੁਰੂ ਗੁਰੂ ਹਰਗੋਬਿੰਦ ਸਾਹਿਬ ਗੁਰੂ ਨਾਨਕ ਸਾਹਿਬ ਦਾ ਛੇਵਾਂ ਰੂਪ ਨੇ। ਗੁਰੂ ਨਾਨਕ ਸਾਹਿਬ ਤੇ ਉਹਨਾਂ ਵਿੱਚ ਕਦੇ ਭੇਦ ਤੇ ਫਰਕ ਨਾ ਜਾਣਿਓ। ਜਿਨ ਕੀ ਸੁੰਦਰ ਚਰਿਤ ਅਨੂਪ। ਜਿਨ੍ਹਾਂ ਦੇ ਬੜੇ ਹੀ ਸੁੰਦਰ ਚਰਿੱਤਰ ਤੇ ਕੌਤਕ ਹਨ, ਅਨੂਪ ਉਪਮਾ ਤੋਂ ਰਹਿਤ ਹਨ। ਜਿਸ ਗੁਰ ਅਰਜਨ ਕੇ ਗਨ ਦਾਸ। ਜਿਹੜੇ ਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਜਿਹੜੇ ਦਾਸ ਨੇ, ਉਹਨਾਂ ਦੇ ਨੌਕਰ ਨੇ, ਅੱਗੇ ਉਹਨਾਂ ਨੌਕਰਾਂ ਦੇ ਨੌਕਰ ਨੇ। ਕਰਾਮਾਤ ਬੋ ਭਾਂਤ ਪ੍ਰਕਾਸ਼। ਗੁਰੂ ਅਰਜਨ ਦੇਵ ਸਾਹਿਬ ਦੇ ਸੇਵਕਾਂ ਦੇ ਜਿਹੜੇ ਅੱਗੇ ਸੇਵਕ ਨੇ ਉਹ ਵੀ ਕਰਾਮਾਤੀ ਨੇ, ਉਹ ਵੀ ਕਰਾਮਾਤਾਂ ਦੇ ਸਹਿਤ ਪ੍ਰਕਾਸ਼ ਦੇ ਨੇ। ਤਿਸ ਗੁਰ ਅਪਰ ਨਰਨ ਸਮ ਪ੍ਰਾਨਾ। ਉਹ ਏਡੇ ਵੱਡੇ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜਿਨ੍ਹਾਂ ਦੇ ਦਾਸਾਂ ਦੇ ਦਾਸਾਂ ਵਿੱਚ ਵੀ ਕਰਾਮਾਤਾਂ ਨੇ। ਉਹਨਾਂ ਨੇ ਆਮ ਸਧਾਰਨ ਵਿਅਕਤੀਆਂ ਵਾਂਗੂ ਆਪਣਾ ਸਰੀਰ ਤਿਆਗ ਦਿੱਤਾ, ਸ਼ਹੀਦੀ ਪ੍ਰਾਪਤ ਕੀਤੀ ਹੈ। ਰਿਪ ਕਰ ਤਜ ਬੈਕੁੰਠ ਪਿਆਨਾ। ਦੁਸ਼ਮਣ ਦੇ ਘਰ ਆਪਣਾ ਤਨ ਤਿਆਗ ਕੇ ਤਸੀਹੇ ਚੱਲਦਿਆਂ ਬੈਕੁੰਠ ਨੂੰ ਗਏ ਨੇ। ਤਿਨ ਕੋ ਸੁਤ ਤਿਨ ਕੇ ਸਮ ਆਏ। ਇਹ ਉਹਨਾਂ ਦੇ ਸਾਹਿਬਜ਼ਾਦੇ ਨੇ, ਉਹਨਾਂ ਵਰਗੇ ਹੀ ਨੇ। ਜਿਵੇਂ ਉਹਨਾਂ ਅਜਮਤ ਨਹੀਂ ਵਿਖਾਈ, ਏਦਾਂ ਇਹ ਵੀ ਕਰਾਮਾਤ ਨੂੰ ਪ੍ਰਗਟ ਨਹੀਂ ਕਰਨ ਵਾਲੇ। ਜੋਤ ਸਬਨ ਗੁਰ ਏਕੋ ਰਹੇ। ਕਿਉਂਕਿ ਜੋਤ ਤਾਂ ਸਾਰੇ ਗੁਰੂਆਂ 'ਚ ਇੱਕੋ ਹੀ ਰਹਿੰਦੀ ਹੈ ਨਾ। ਜਿਹੜੀ ਜੋਤ ਗੁਰੂ ਅੰਗਦ ਸਾਹਿਬ ਵਿੱਚ, ਗੁਰੂ ਅਮਰਦਾਸ ਸਾਹਿਬ 'ਚ, ਗੁਰੂ ਰਾਮਦਾਸ ਸਾਹਿਬ, ਗੁਰੂ ਅਰਜਨ ਦੇਵ ਸਾਹਿਬ 'ਚ ਹੈ, ਉਹੀ ਜੋਤ ਇਹਨਾਂ ਵਿੱਚ ਹੈ। ਹਮਰੀ ਤੁਮਰੀ ਦੇਖਤ ਕਰੇ। ਤੁਹਾਡੇ ਸਾਡੇ ਵੇਖਦਿਆਂ ਇਹ ਪ੍ਰਣ ਪੂਰਾ ਹੋਵੇਗਾ। ਸਿੱਖੋ, ਤੁਸੀਂ ਵੀ ਵੇਖੋਗੇ। ਜਿਹੜੇ ਕਹਿੰਦੇ ਹੋ ਨਹੀਂ ਸਕਦਾ, ਅਸੀਂ ਵੀ ਵੇਖਾਂਗੇ। ਅਸੀਂ ਕਹਿੰਦੇ ਹਾਂ ਹੋ ਸਕਦਾ। ਤੁਹਾਡੇ ਸਾਡੇ ਵੇਖਦਿਆਂ ਗੁਰੂ ਹਰਗੋਬਿੰਦ ਸਾਹਿਬ ਇਹ ਆਪਣਾ ਪ੍ਰਣ ਪੂਰਾ ਕਰਨਗੇ ਤੇ ਇਸੇ ਦਿੱਲੀ ਦੀ ਧਰਤੀ ਤੇ ਪੂਰਾ ਹੋਵੇਗਾ। ਸਤਿ ਸ੍ਰੀ ਅਕਾਲ। ਤੁਸੀਂ ਵੀ ਵੇਖੋਗੇ, ਅਸੀਂ ਵੀ ਵੇਖਾਂਗੇ। ਵੱਡ ਦੁੱਖ ਦੇ ਰਿਪ ਪ੍ਰਾਨ ਨਹਰੇ। ਇਸ ਪਾਪੀ ਚੰਦੂ ਨੂੰ ਵੱਡੇ ਭਾਰੀ ਤਸੀਹੇ ਚੱਲਣੇ ਪੈਣਗੇ। ਇਹਨੂੰ ਦੁੱਖ ਦੇ ਕੇ ਇਹਦੇ ਪ੍ਰਾਣ ਹਰਨਗੇ ਸਤਿਗੁਰੂ। ਹਮ ਕੋ ਨਿਸ਼ਚੈ ਇਹ ਵਿਸ਼ਵਾਸ। ਸਾਨੂੰ ਇਸ ਗੱਲ ਦਾ ਨਿਸ਼ਚਾ ਵੀ ਹੈ ਤੇ ਵਿਸ਼ਵਾਸ ਵੀ ਹੈ, ਭਰੋਸਾ ਵੀ ਹੈ ਵੀ ਇਦਾਂ ਹੀ ਹੋਵੇਗਾ। ਚੰਦੂ ਹਤੇ ਸ਼ਾਹ ਕੇ ਪਾਸ। ਇਸ ਪਾਪੀ ਚੰਦੂ ਨੂੰ ਬਾਦਸ਼ਾਹ ਦੇ ਸਾਹਮਣੇ ਨਕੇਲ ਮਾਰੀ ਜਾਵੇਗੀ, ਉਹਦੇ ਸਾਹਮਣੇ ਹੀ ਮਾਰਿਆ ਜਾਵੇਗਾ। ਇਮ ਸਿੱਖ ਮਿਲ ਕਰ ਬਚਨੀ ਉਚਾਰੇ। ਏਦਾਂ ਭਾਵਨਾ ਵਾਲੇ ਤੇ ਨਸ਼ਰਦਕ ਸਿੱਖ ਆਪਸ ਵਿੱਚ ਏਦਾਂ ਗੱਲਾਂ ਕਰਦੇ। ਜਿਹੜੇ ਦਿਮਾਗ ਨੂੰ ਮੂਹਰੇ ਰੱਖਦੇ ਨਹੀਂ, ਇਹ ਨਹੀਂ ਹੋ ਸਕਦਾ। ਜਿਹੜੇ ਭਾਵਨਾ ਰੱਖਦੇ ਕਹਿੰਦੇ ਹੋ ਸਕਦਾ। ਜੇ ਸਤਿਗੁਰਾਂ ਨੇ ਕਿਹਾ ਤੇ ਫਿਰ ਹੋ ਸਕਦਾ। ਔਰ ਸ਼ਰਦਾ ਤਰ ਕੋਏ ਨਾ ਤਾਰੇ। ਕਈ ਜਿਹੜੇ ਨੇ ਉਹ ਸ਼ਰਧਾਵਾਨ ਨਹੀਂ ਹਨ, ਉਹ ਕਿੰਤੂ ਪਰੰਤੂ 'ਚ ਪਏ ਰਹਿੰਦੇ ਆ। ਉਹ ਅੱਜ ਵੀ ਨੇ, ਉਦੋਂ ਵੀ ਸੀਗੇ। ਇਹ ਥੋੜੇ ਬਹੁਤੇ ਹੁੰਦੇ ਹੀ ਨੇ ਨਾ, ਉਹ ਥੋੜੇ ਬਹੁਤੇ ਰਹਿੰਦੇ ਹੀ ਆ ਸਮਾਜ ਵਿੱਚ ਏਦਾਂ ਦੀ ਬਿਰਤੀ ਵਾਲੇ। ਉਦੋਂ ਵੀ ਸਨ, ਹੁਣ ਵੀ ਹਨ। ਬਿਤਰਤ ਸੁਧ ਚੰਦੂ ਤਬ ਸੁਨੀ। ਚੰਦੂ ਨੂੰ ਹੁਣ ਇਹ ਖਬਰ ਪਹੁੰਚਣ ਲੱਗੀ ਵੀ ਮੇਰਾ ਪ੍ਰਣ ਮਾਰਨ ਦਾ ਪ੍ਰਣ ਕੀਤਾ ਗੁਰੂ ਜੀ ਨੇ। ਉਹਨਾਂ ਕਿਹਾ ਚੰਦੂ ਦਾ ਮੂੰਹ ਕਾਲਾ ਕਰਾਂਗੇ ਅਸੀਂ। ਇਹ ਗੱਲਾਂ ਹੁਣ ਚੰਦੂ ਨੂੰ ਵੀ ਪਤਾ ਲੱਗੀਆਂ। ਬਹੁਤ ਬਿਸੂਰਤ ਮੁੰਡੀ ਧੁਨੀ। ਨਾਲੇ ਝੂਰਦਾ ਤੇ ਆਪਣੀ ਮੁੰਡੀ ਧੁੰਦਾ, ਸਿਰ ਹਿਲਾਉਂਦਾ ਵੀ ਕਿਤੇ ਸੱਚੀ ਮੁੱਚੀ ਨਾ ਇਦਾਂ ਕਰ ਦੇਣਾ। ਗੁਰ ਸੁਤ ਪਇਓ ਮੈਦ ਬਲਵਾਨਾ। ਸੋਚਦਾ ਵੀ ਗੁਰੂ ਹਰਗੋਬਿੰਦ ਸਾਹਿਬ ਤਾਂ ਬੜੇ ਬਲੀ ਸੁਣੇ ਨੇ, ਵੀ ਬੜੇ ਬਲਵਾਨ ਨੇ, ਫਿਰ ਉਹ ਸ਼ਸਤਰਧਾਰੀ ਨੇ, ਸੂਰਮੇ ਨੇ। ਤੁਵਹਤ ਨੀਤ ਪ੍ਰਣ ਬਖਾਨਾ। ਇਹ ਵੀ ਸੁਣਦਾ ਵੀ ਮੈਨੂੰ ਮਾਰਨ ਵਾਸਤੇ ਉਹਨਾਂ ਨੇ ਪ੍ਰਣ ਕੀਤਾ। ਬਹੁਤ ਸ਼ਪਥ ਖਾਈ ਸੁਨ ਕਰਕੇ। ਉਹਨਾਂ ਨੇ ਬੜੇ ਪ੍ਰਣ ਕੀਤੇ ਨੇ, ਬੜੇ ਕਿਹਾ ਵੀ ਮੈਨੂੰ ਗਊ ਮਾਰਨ ਦਾ ਪਾਪ ਲੱਗੇ ਜੇ ਚੰਦੂ ਨੂੰ ਨਾ ਮਾਰੀਏ। ਏਦਾਂ ਦੀਆਂ ਬਹੁਤ ਸਾਰੀਆਂ ਉਹਨਾਂ ਨੇ ਪ੍ਰਣ ਕੀਤੇ ਨੇ, ਬਚਨ ਕੀਤੇ ਨੇ। ਹਤੋਂ ਕੋ ਮ੍ਰਿਤੂ ਸ਼ਤਰੂ ਕੋ ਧਰ ਕੇ। ਅਸੀਂ ਇਸ ਪਾਪੀ ਚੰਦੂ ਨੂੰ ਭੈੜੀ ਕਮੋਤੇ ਮਾਰਾਂਗੇ, ਕੁੱਤੇ ਦੀ ਮੌਤੇ ਮਾਰਾਂਗੇ। ਕੀਤਕ ਬਰਕ ਬਿਤੇ ਦੁੱਖ ਭਰੇ। ਏਦਾਂ ਮਨ ਹੀ ਮਨ ਸੋਚਦਾ ਚੰਦੂ। ਕੁਝ ਕੁ ਸਮਾਂ ਬੀਤ ਗਿਆ, ਦੁੱਖ ਦੇ ਨਾਲ ਹੀ ਇਹਦੇ ਅੰਦਰ ਫਿਕਰ ਇਸੇ ਗੱਲ ਦਾ ਰਹਿੰਦਾ
ਕਿ ਕਿਤੇ ਗੁਰੂ ਹਰਗੋਬਿੰਦ ਸਾਹਿਬ ਮੈਨੂੰ ਨਾ ਕਾਬੂ ਕਰ ਲੈਣ। ਗਿਣਤੀ ਚਿੰਤਾ ਬੋ ਬਿਦ ਕਰੇ, ਕਈ ਤਰ੍ਹਾਂ ਦੀਆਂ ਗਿਣਤੀਆਂ ਗਿਣਦਾ, ਕਈ ਤਰ੍ਹਾਂ ਦੀਆਂ ਫਿਕਰਾਂ ਸੋਚਦਾ। ਹਰ ਗੋਬਿੰਦ ਕੋ ਗਹਿ ਕਰ ਕੈਸੇ, ਸੋਚਦਾ ਵੀ ਕਿਵੇਂ ਗੁਰੂ ਹਰਗੋਬਿੰਦ ਸਾਹਿਬ ਨੂੰ ਪਕੜਾਂ। ਦਿਓ ਸਜਾਏ ਹਤੋਂ ਪਿਤ ਜੈਸੇ, ਜਿਵੇਂ ਇਹਦੇ ਪਿਤਾ ਨੂੰ ਮਾਰਿਆ ਇਹਨਾਂ ਨੂੰ ਵੀ ਸਜ਼ਾ ਦੇ ਕੇ ਉਦਾਂ ਹੀ ਖਤਮ ਕਰ ਦਿਆਂ ਤਾਂ ਗੱਲ ਬਣੇਗੀ। ਕੈ ਮਾਨੇ ਮਮ ਦੋਇਤਾ ਵਿਆਹ, ਤੇ ਜਾਂ ਫਿਰ ਏਦਾਂ ਕਰਾਂ ਵੀ ਮੇਰੀ ਧੀ ਦਾ ਵਿਆਹ ਮੰਨ ਲੈਣ, ਰਿਸ਼ਤੇਦਾਰੀ ਬਣ ਜਾਏਗੀ ਤਾਂ ਵੀ ਬਚਾਅ ਹੋ ਸਕਦਾ ਹੈ। ਕੈ ਡਰ ਪਏ ਅਬ ਉਰਮਾਏ, ਜਾਂ ਫਿਰ ਹੁਣ ਡਾਰੀ ਜਾਣ ਮਨ ਚ ਤੇ ਡਰ ਕੇ ਚੁੱਪ ਕਰਕੇ ਆਪਣਾ ਸਮਾਂ ਬਤੀਤ ਕਰੀ ਜਾਣ। ਪਿਤ ਕੀ ਗਤ ਕੋ ਹਿਰਦੇ ਵਿਚਾਰੇ, ਆਪਣੇ ਪਿਓ ਦੀ ਦਸ਼ਾ ਨੂੰ ਵਿਚਾਰ ਕੇ ਡਰੇ ਰਹਿਣ, ਸਹਿਮੇ ਰਹਿਣ, ਘਰੋਂ ਹੀ ਨਾ ਬਾਹਰ ਨਿਕਲਣ ਤਾਂ ਵੀ ਕੋਈ ਗੱਲ ਨਹੀਂ। ਹੋਏ ਸੰਬੰਧ ਸਰਬ ਡਰ ਢਾਰੇ, ਤੇ ਜੇ ਕਿਤੇ ਰਿਸ਼ਤਾ ਬਣ ਜੇ ਫਿਰ ਤਾਂ ਗੱਲ ਹੀ ਬਣ ਜੇ, ਫਿਰ ਤਾਂ ਮੈਨੂੰ ਡਰਨ ਦੀ ਬਿਲਕੁਲ ਹੀ ਲੋੜ ਨਹੀਂ। ਇੱਕ ਦਿਨ ਨਿਜਦਾਰਾ ਕੇ ਸੰਗ, ਇੱਕ ਦਿਨ ਚੰਦੂ ਨੇ ਇਹ ਗੱਲਾਂ ਦੀ ਵਿਚਾਰ ਕਰਕੇ ਆਪਣੀ ਘਰਵਾਲੀ ਨਾਲ ਗੱਲ ਕੀਤੀ। ਕਯੋ ਗੁਰੂ ਕੋ ਅਖਿਲ ਪ੍ਰਸੰਗ, ਇਹਨੇ ਆਪਣੀ ਘਰਵਾਲੀ ਨੂੰ ਆ ਕੇ ਸਾਰੀ ਕਰਤੂਤ ਦੱਸੀ ਆਪਣੀ ਵੀ ਮੈਂ ਲਾਹੌਰ ਕੀ ਕਰਕੇ ਆਇਆ। ਗੁਰੂ ਅਰਜਨ ਸਾਹਿਬ ਨੂੰ ਸ਼ਹੀਦ ਕਰਨ ਦਾ ਸਾਰਾ ਪ੍ਰਸੰਗ ਇਹਨੇ ਦੱਸਿਆ। ਬਹੁਤ ਸਜਾਏ ਦੇ ਰਿਓ ਮਨਾਏ, ਕਹਿੰਦਾ ਮੈਂ ਬੜੀਆਂ ਉਹਨਾਂ ਨੂੰ ਸਜ਼ਾਵਾਂ ਦਿੱਤੀਆਂ, ਤਸੀਹੇ ਦੇ ਕੇ ਉਹਨਾਂ ਨੂੰ ਮਨਾਉਣਾ ਚਾਹਿਆ। ਨਹੀਂ ਬਿਆ ਸੁਤ ਮਨ ਮੈਂ ਲਿਆਏ, ਪਰ ਉਹਨਾਂ ਨੇ ਆਪਣੇ ਪੁੱਤ ਦੀ ਸ਼ਾਦੀ ਕਰਨ ਦੀ ਗੱਲ ਮੇਰੀ ਨਹੀਂ ਮੰਨੀ। ਅਬ ਤੈਂ ਸੁਤ ਪਿਤ ਬੈਰ ਸੰਭਾਰੇ, ਹੁਣ ਅੱਗੋਂ ਉਹਨਾਂ ਦਾ ਜਿਹੜਾ ਪੁੱਤਰ ਹੈ ਉਹ ਆਪਣੇ ਪਿਤਾ ਦਾ ਵੈਰ ਸੰਭਾਲੀ ਬੈਠਾ, ਉਹ ਮੇਰੇ ਨਾਲ ਦੁਸ਼ਮਣੀ ਪਾਲ ਰਿਹਾ ਹੈ। ਮੋਕੋ ਚਾਤ ਕਰਨ ਸੰਘਾਰੈ, ਉਹਨਾਂ ਦਾ ਜਿਹੜਾ ਪੋਤਾ ਹੁਣ ਮੈਨੂੰ ਮਾਰਨਾ ਚਾਹੁੰਦਾ ਹੈ, ਮੇਰਾ ਕਤਲ ਕਰਨਾ ਚਾਹੁੰਦਾ, ਬਦਲਾ ਲੈਣਾ ਚਾਹੁੰਦਾ ਆਪਣੇ ਪਿਤਾ ਦੀ ਸ਼ਹੀਦੀ ਦਾ। ਭਾਗਹੀਨ ਦੋਇਤਾ ਅਸ ਪਈ, ਪਤਾ ਨਹੀਂ ਮੇਰੀ ਕਿਹੜੀ ਭਾਗਾਂ ਵਿਹੂਣੀ ਧੀ ਹੈ ਜਿਹੜੀ ਮੇਰੇ ਘਰ ਜਨਮੀ ਹੈ। ਅਖਿਲ ਜਾਤ ਮੈਂ ਮਮ ਪਤ ਗਈ, ਮੇਰੇ ਸਾਰੇ ਭਾਈਚਾਰੇ ਚ, ਮੇਰੀ ਸਾਰੀ ਬਰਾਦਰੀ ਚ ਮੇਰੀ ਇੱਜ਼ਤ ਜਾਂਦੀ ਰਹੀ ਹੈ ਜਿਹੋ ਜੇ ਕੰਮ ਮੇਰੇ ਕੋਲ ਹੋਏ ਨੇ। ਇਤਨੇ ਯਤਨ ਕਰੇ ਬੋ ਤੇਰਾ, ਕਹਿੰਦਾ ਮੈਂ ਇੰਨੇ ਯਤਨ ਕੀਤੇ, ਇੰਨੇ ਉਪਾਅ ਕੀਤੇ ਹਨ, ਵਿਆਹ ਨਾ ਬਣਿਓ ਕਤੋਂ ਇਸ ਕੇਰਾ, ਪਰ ਮੈਂ ਇਹਦਾ ਵਿਆਹ ਨਹੀਂ ਕਰ ਸਕਿਆ, ਕਿਤੇ ਸ਼ਾਦੀ ਨਹੀਂ ਕਰ ਸਕਿਆ। ਸੁਨਤ ਪਾਰ ਜਾਣੇ ਸਮਝਾਵਾ, ਸੁਣ ਕੇ ਚੰਦੂ ਕਲੇਸ਼ੀ ਦੀ ਘਰਵਾਲੀ ਬੋਲੀ ਇਹਨੂੰ ਕਹਿ ਕੇ ਸਮਝਾਉਣ ਲੱਗੀ। ਪ੍ਰਥਮ ਕੋ ਆਕ ਆਪ ਤੈਂ ਗਾਵਾ, ਕਹਿਣ ਲੱਗੀ ਕਲੇਸ਼ੀਆ ਪਹਿਲਾਂ ਤੇਰੀ ਬੋਲ ਬਾਣੀ ਨਹੀਂ ਇਹ ਸਾਰਾ ਕੁਝ ਕੀਤਾ ਹੈ। ਇੱਕ ਬੋਲ ਹੀ ਹੁੰਦਾ ਜਿਹੜਾ ਸਾਰਾ ਕੁਝ ਤਬਾਹ ਕਰਕੇ ਰੱਖ ਦਿੰਦਾ। ਕਬੋਲ ਹੀ ਸੀ ਨਾ ਜਿਹੜਾ ਦ੍ਰੋਪਦੀ ਨੇ ਬੋਲ ਦਿੱਤਾ ਵੀ ਅੰਨੇ ਦਾ ਅੰਨਾ, ਇੰਨਾ ਹੀ ਕਿਹਾ ਸੀ ਨਾ। 18 ਕੂਣੀਆਂ ਗਰਕ ਹੋ ਗਈਆਂ, ਕਰੋੜਾਂ ਬੰਦੇ ਮਰੇ ਕੇਵਲ ਇਸੇ ਕਬੋਲ ਕਰਕੇ। ਮਾੜਾ ਭੈੜਾ ਕਬੋਲ ਸੀ। ਲਛਮਣ ਨੇ ਸਰੂਪ ਨਖਾ ਨੂੰ ਕਬੋਲ ਹੀ ਬੋਲਿਆ ਸੀ, ਕਿੱਡੀ ਵੱਡੀ ਲੰਕਾ ਸੜ ਕੇ ਸਵਾਹ ਹੋ ਗਈ ਉਸ ਕਬੋਲ ਕਰਕੇ। ਤੂੰ ਮਾੜਾ ਬੋਲ ਹੀ ਬੋਲਿਆ। ਕਹਿਣ ਲੱਗਾ, ਘਰਵਾਲੀ ਇਹਦੀ ਕਹਿੰਦੀ ਹੈ, ਕਲੇਸ਼ੀਆ ਤੇਰੇ ਮਾੜੇ ਬੋਲ ਕਰਕੇ ਇਹ ਸਾਰਾ ਕੁਝ ਹੋਇਆ, ਤੂੰ ਨਾ ਬੋਲਦਾ ਇਹ ਗੱਲ ਵੀ ਚਵਾਰੇ ਦੀ ਇੱਟ ਮੋਰੀ ਨੂੰ ਲਾਇਓ ਤੇ ਸਾਰਾ ਕੁਝ ਹੋਣਾ ਹੀ ਨਹੀਂ ਸੀ। ਤੇਰੇ ਭੈੜੇ ਕਬੋਲ ਕਰਕੇ ਇਹ ਸਾਰੀ ਕਰਤੂਤ ਹੋਈ ਹੈ। ਇਸ ਤੇ ਵਧਿਓ ਵਿਰੋਧ ਵਿਸਾਲਾ, ਤੇਰੇ ਉਸੇ ਕਬੋਲ ਕਰਕੇ ਇਹ ਵੱਡਾ ਵਿਰੋਧ ਤੇ ਦੁਸ਼ਮਣੀ ਵਧੀ ਹੈ। ਸਿੱਖ ਕੀ ਸੁਤਾ ਨੁਖਾ ਕੀਏ ਕਾਲਾ, ਤੇਰਾ ਵੇਖ ਤੂੰ ਲਾਹੌਰੋਂ ਆਇਆ, ਸਿੱਖ ਦੀ ਲੜਕੀ ਆਪਣੇ ਘਰ ਵਿਆਹੀ ਸੀ ਆਪਣੇ ਪੁੱਤ ਨੂੰ, ਉਹ ਵੀ ਵਿਚਾਰੀ ਪ੍ਰਾਣ ਤਿਆਗ ਗਈ ਹੈ। ਜਗਤ ਗੁਰੂ ਤਿਨ ਮਾਨ ਵਡੇਰਾ, ਉਹ ਵੀ ਜਗ ਸਾਰਾ ਸੰਸਾਰ ਉਹਨਾਂ ਨੂੰ ਜਗਤ ਗੁਰੂ ਮੰਨਦਾ ਹੈ। ਤੇ ਵੇਖ ਆਪਣੀ ਨੂੰਹ ਵੀ ਮੰਨਦੀ ਸੀ ਉਹਨਾਂ ਨੂੰ ਜਗਤ ਗੁਰੂ, ਤੇ ਤੂੰ ਉਹਨਾਂ ਦੇ ਨਾਲ ਕਿਵੇਂ ਪੇਸ਼ ਆਇਆ। ਉਹਨਾਂ ਲਈ ਕਬੋਲ ਬੋਲਿਆ, ਕੁਵਾਕ ਕਹੇ ਹਨ, ਨਹੀਂ ਸਹਾਰ ਸਕੇ ਬਚ ਤੇਰਾ, ਉਹਨਾਂ ਨੇ ਤੇਰਾ ਬਚਨ ਨਹੀਂ ਸਹਾਰਿਆ ਜਿਹੜਾ ਤੂੰ ਬੋਲਿਆ ਸੀ। ਅਬ ਪੀ ਤਿਸ ਕੋ ਪੁੱਤਰ ਬਿਲੰਦ, ਐ ਦੀਵਾਨ ਜੀ ਹਾਲੇ ਵੀ ਸਮਾਂ ਉਹਨਾਂ ਦਾ ਜਿਹੜਾ ਸਾਹਿਬਜ਼ਾਦਾ ਉਹ ਬੜਾ ਬਲਵਾਨ ਸੁਣਿਆ, ਉਹ ਬੜਾ ਵੱਡਾ ਪਰਉਪਕਾਰੀ ਵੀ ਸੁਣਿਆ। ਸੁਨਿਓ ਨਾਮ ਸ਼੍ਰੀ ਹਰਿ ਗੋਬਿੰਦ, ਮੈਂ ਸੁਣਿਆ ਉਹਨਾਂ ਦਾ ਨਾਮ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਹੈ। ਕਰੋ ਸੰਧੀ ਜੈਸੀ ਬਨ ਆਵੇ, ਤੂੰ ਉਹਨਾਂ ਨਾਲ ਕਿਸੇ ਤਰੀਕੇ ਸੰਧੀ ਕਰ ਲੈ, ਸਾਂਝ ਵਾਲਤਾ ਬਣਾ ਲੈ,
ਜੇ ਤੂੰ ਆਪਣਾ ਭਲਾ ਚਾਹੁੰਦਾ ਮਾਨੇ ਵਿਆਹ ਸਦਨ ਲੈ ਜਾਵੇਂ। ਉਹ ਮੰਨ ਲੈਣ ਵਿਆਹ ਆਪਣੀ ਧੀ ਦਾ ਤੇ ਇਹਨੂੰ ਵਿਆਹ ਕੇ ਆਪਣੇ ਘਰ ਲੈ ਜਾਣ। ਬਿਨੈ ਕਰੋ ਭੇਜੋ ਕਰ ਜੋਰ। ਤੂੰ ਬੇਨਤੀ ਲਿਖ ਕੇ ਭੇਜ ਗੁਰੂ ਜੀ ਦੇ ਚਰਨਾਂ 'ਚ। ਚਿੱਠੀ ਲਿਖ ਜਿਹਦੇ 'ਚ ਬੇਨਤੀ ਲਿਖਣੀ, ਮਜ਼ਾਕ ਖਬਰਦਾਰ ਜੇ ਕੋਈ ਫਿਰ ਇੱਧਰ ਉੱਧਰ ਦਾ ਬੋਲ ਲਿਖਿਆ। ਕਹਿੰਦੀ ਬੇਨਤੀ ਲਿਖ ਕੇ ਭੇਜੀ, ਮਿੰਨਤ ਤਰਲਾ ਲਿਖ ਕੇ ਭੇਜੀ ਚਿੱਠੀ ਵਿੱਚ। ਤਜੋ ਦੀਵਾਨੀ ਕੋ ਉਰਜੋਰ। ਆ ਜਿਹੜਾ ਤੂੰ ਦੀਵਾਨ ਲਾਈ ਰੱਖਣਾ ਵੀ ਮੈਂ ਦੀਵਾਨ, ਇਹ ਜਿਹੜਾ ਨਾ ਇਹ ਜਿਹੜੀ ਦੀਵਾਨੀ ਹੈ ਇਹਨੂੰ ਥੋੜਾ ਜਿਹਾ ਪਾਸੇ ਰੱਖ ਦੇ ਤੇ ਬੰਦਾ ਬਣ ਕੇ ਨਿਮਾਣਾ ਬਣ ਕੇ ਚਿੱਠੀ ਲਿਖ ਕੇ ਭੇਜ ਗੁਰੂ ਜੀ ਨੂੰ। ਮਾਨ ਲਏ ਇਮ ਯਤਨ ਰਚੀਜੇ। ਇਦਾਂ ਦਾ ਯਤਨ ਕਰ ਵੀ ਉਹ ਤੇਰੀ ਗੱਲ ਮੰਨ ਲੈਣ। ਨਿਮਾਣਾ ਬਣ ਕੇ ਕਰੇਗਾ ਤੇ ਮੰਨ ਵੀ ਲੈਣਗੇ। ਆਛੇ ਨਰਨ ਪਠਾਵਨ ਕੀਜੇ। ਕੋਈ ਚੱਜ ਦੇ ਬੰਦੇ ਭੇਜੀ, ਆਪਣੀ ਕਰਤੂਤ ਵਰਗੇ ਨਾ ਭੇਜੀ ਜਿਹੋ ਜਿਹਾ ਤੂੰ ਹੈ। ਤੇਰੇ ਆਲੇ ਦੁਆਲੇ ਵੀ ਉਹੋ ਜਿਹੇ ਨੇ ਤੇਰੇ ਵਰਗੇ। ਕੋਈ ਦੋ ਬੰਦੇ ਜਿਹੜੇ ਭੇਜਣੇ ਨੇ ਚਿੱਠੀ ਦੇ ਕੇ ਤੇ ਚੱਜ ਦੇ ਭੇਜੀ, ਜਿਹੜੇ ਗੱਲਬਾਤ ਚੰਗੇ ਤਰੀਕੇ ਨਾਲ ਕਰਨ। ਜੋ ਪ੍ਰਸੰਨ ਜਿਮ ਕਿਮ ਤਿਮ ਕਰੇ। ਜਿਹੜੇ ਜਾ ਕੇ ਗੁਰੂ ਜੀ ਨੂੰ ਜਿਵੇਂ ਕਿਵੇਂ ਪ੍ਰਸੰਨ ਕਰ ਲੈਣ। ਜਿਸ ਤੇ ਪਿਤਾ ਬੈਰ ਕੋ ਹਰੇ। ਉਹ ਆਪਣੇ ਮਨ ਵਿੱਚੋਂ ਪਿਤਾ ਦਾ ਵੈਰ ਤਿਆਗ ਦੇਣ। ਜਿਹੜੀ ਗੱਲ ਸੁਣ ਕੇ ਇਦਾਂ ਦੀ ਗੱਲ ਲਿਖ ਕੇ ਭੇਜੀ। ਨਹੀਂ ਤਾਂ ਤੁਰਕੇਸ਼ਰ ਕੋ ਵਿਸ਼ਵਾਸ। ਨਹੀਂ ਤਾਂ ਤੈਨੂੰ ਪਤਾ ਵੀ ਬਾਦਸ਼ਾਹ ਦਾ ਕੋਈ ਭਰੋਸਾ ਨਹੀਂ। ਕਹਾਂ ਕਰਤੇ ਹੈ ਤਜ ਉਰਿਆਸ। ਪਤਾ ਨਹੀਂ ਉਹ ਕੀ ਕਰ ਦੇਵੇ। ਜੇ ਉਹਦੇ ਮਨ 'ਚ ਖਿਆਲ ਆ ਗਿਆ ਵੀ ਤੂੰ ਗੁਰੂ ਜੀ ਨੂੰ ਸ਼ਹੀਦ ਕੀਤਾ ਤੇ ਮੁੜ ਕੇ ਤੈਨੂੰ ਨਾ ਟੰਗਿਆ ਹੋਵੇ ਫਾਏ। ਬਾਦਸ਼ਾਹ ਦਾ ਕੋਈ ਪਤਾ ਨਹੀਂ ਹੁੰਦਾ। ਇਦਾਂ ਦੇ ਬਾਦਸ਼ਾਹ ਜਿਹੜੇ ਕੰਨਾਂ ਦੇ ਕੱਚੇ ਹੁੰਦੇ, ਜਿੱਧਰ ਸੁਣਦੇ ਨੇ ਉਧਰ ਹੀ ਚੱਲ ਪੈਂਦੇ ਐ। ਪਠੋ ਬਿਨੇ ਪਨ ਸੁਤਾ ਸਗਾਈ। ਇਸ ਕਰਕੇ ਹਾਲੇ ਵੀ ਮੇਰੀ ਤਾਂ ਇਹ ਹੀ ਤੇਰੇ ਅੱਗੇ ਸੁਝਾਅ ਹੈ, ਤੈਨੂੰ ਸਲਾਹ ਹੈ ਕਿ ਚਿੱਠੀ ਲਿਖ, ਉਹਦੇ 'ਚ ਬੇਨਤੀ ਲਿਖ ਕੇ ਤੇਰੀ ਧੀ ਦੀ ਕਿਸੇ ਤਰੀਕੇ ਉਹਨਾਂ ਨਾਲ ਸਗਾਈ ਹੋ ਜਾਵੇ। ਸੁਨ ਤ੍ਰਿਆ ਤੇ ਚੰਦੂ ਚਿਤ ਆਈ। ਚੰਦੂ ਨੇ ਜਦੋਂ ਆਪਣੀ ਘਰਵਾਲੀ ਦੀਆਂ ਗੱਲਾਂ ਸੁਣੀਆਂ ਤੇ ਖਾਨੇ 'ਚ ਕੁਝ ਕੁ ਬੈਠੀਆਂ। ਆਛੀ ਕਏ ਕਰਨ ਇਮ ਬਨੇ। ਕਹਿੰਦਾ ਇਹ ਤਾਂ ਬਿਲਕੁਲ ਸਹੀ ਗੱਲ ਹੈ, ਏਦਾਂ ਹੀ ਕਰਨਾ ਚਾਹੀਦਾ ਹੈ। ਜੇ ਅਬ ਵਿਆਹ ਕਰਨ ਮਨ ਮਨੇ। ਕਹਿੰਦੇ ਜੇ ਗੁਰੂ ਜੀ ਹੁਣ ਇਸ ਵਿਆਹ ਨੂੰ ਮੰਨ ਜਾਣ, ਇਹ ਗੱਲ ਨੂੰ ਕਬੂਲ ਕਰ ਲੈਣ। ਇੱਕ ਤੋਂ ਸੁਤਾ ਪਾਏ ਪਤੀ ਭਾਰੀ। ਕਹਿੰਦਾ ਇੱਕ ਤਾਂ ਆਪਣੀ ਧੀ ਨੂੰ ਇਹੋ ਜਿਹਾ ਬਲੀ ਗੁਰੂ ਮਿਲੇਗਾ ਪਤੀ ਦੇ ਰੂਪ ਵਿੱਚ। ਮਿਟੇ ਦੋਸ਼ ਜੋ ਰਹਿਨ ਕੁਮਾਰੀ। ਤੇ ਜਿਹੜਾ ਇਹਦੇ ਕੁਆਰੀ ਕੰਨਿਆ ਘਰ 'ਚ ਰੱਖਣ ਦਾ ਸਾਡੇ ਤੇ ਦੋਸ਼ ਹੈ, ਉਹ ਦੋਸ਼ ਵੀ ਮਿਟ ਜਾਏਗਾ। ਇਹ ਵਿਆਹੀ ਜਾਵੇਗੀ। ਦੁਤੀਏ ਮਾਰਨ ਹੇਤੇ ਉਪਾਏ। ਦੂਜਾ ਜਿਹੜਾ ਗੁਰੂ ਜੀ ਮੈਨੂੰ ਮਾਰਨ ਦਾ ਉਹਨਾਂ ਨੇ ਪ੍ਰਣ ਕੀਤਾ ਹੋਇਆ ਵੀ ਅਸੀਂ ਚੰਦੂ ਨੂੰ ਮਾਰਨਾ। ਬੋਰ ਨ ਕਰੇ ਤਰਾਸ ਮਿਟ ਜਾਏ। ਉਹ ਮੁੜ ਕੇ ਪ੍ਰਣ ਨਹੀਂ ਕਰਨਗੇ ਤੇ ਮੇਰੇ ਮਨ ਦਾ ਜਿਹੜਾ ਡਰ ਤੇ ਭੈ ਆ ਉਹ ਮਿਟ ਜਾਏਗਾ। ਘਰ ਤੇ ਨਿਕਸ ਸਭਾ ਮੈਂ ਆਇਓ। ਏਦਾਂ ਸੋਚ ਕੇ ਘਰੋਂ ਨਿਕਲ ਕੇ ਬਾਹਰ ਜਿੱਥੇ ਦਾ ਦੀਵਾਨਖਾਨਾ ਸੀ ਉੱਥੇ ਚੱਲ ਕੇ ਆਇਆ ਚੰਦੂ। ਗੁਰਦਿਸ਼ ਚਿੰਤਾ ਮੈਂ ਚਿਤ ਲਾਇਓ। ਗੁਰੂ ਪਾਤਸ਼ਾਹ ਵਾਲੇ ਦੇ ਮਨ 'ਚ ਚਿੰਤਾ ਤੇ ਫਿਕਰ ਲੱਗਾ ਹੋਇਆ। ਯੁਗ ਆਛੇ ਨਰ ਕੀ ਨਸ ਤਿਆਰੂ। ਇਹਨੇ ਦੋ ਬੰਦੇ ਆਪਣੇ ਕੋਲ ਤਿਆਰ ਕੀਤੇ ਸਤਿਗੁਰਾਂ ਕੋਲ ਭੇਜਣ ਲਈ। ਲਿਖੀ ਪਤਰਿਕਾ ਬੋ ਵਿਸਤਾਰੂ। ਇਹਨੇ ਇੱਕ ਬੜੀ ਵਿਸਥਾਰ ਨਾਲ ਚਿੱਠੀ ਲਿਖੀ ਚੰਦੂ ਨੇ ਆਪ। ਬੈਰ ਅਕਾਰਣ ਪਿਤਾ ਤੁਮਾਰੇ। ਚਿੱਠੀ ਲਿਖੀ, ਲਿਖ ਤੁਮ ਦੀਵਾਨ ਚੰਦੂ। ਗੁਰੂ ਹਰਗੋਬਿੰਦ ਸਾਹਿਬ ਜਿਹੜੇ ਤੁਹਾਡੇ ਪਿਤਾ ਜੀ ਨੇ, ਉਹਨਾਂ ਨੇ ਮੇਰੇ ਨਾਲ ਉਦਾਂ ਹੀ ਵੈਰ ਪਾ ਲਿਆ। ਇੱਥੋਂ ਸ਼ੁਰੂਆਤ ਕੀਤੀ। ਇਹ ਨਹੀਂ ਵੀ ਮੈਂ ਕਰਤੂਤ ਮਾੜੀ ਕੀਤੀ, ਕੋਈ ਨਿਮਰਤਾ ਨਾਲ ਲਿਖਦਾ। ਕਹਿੰਦਾ ਗੁਰੂ ਹਰਗੋਬਿੰਦ ਸਾਹਿਬ ਤੁਹਾਡੇ ਪਿਤਾ ਜੀ ਨੇ ਮੇਰੇ ਨਾਲ ਬਿਨਾਂ ਗੱਲ ਤੋਂ ਹੀ ਵੈਰ ਪਾ ਲਿਆ। ਮੋਸਨ ਬਾਂਧਿਓ ਕਿਸੂ ਉਚਾਰੇ। ਪਤਾ ਨਹੀਂ ਕਿਹਦੇ ਕਹਿਣ ਤੇ ਉਹਨਾਂ ਨੇ ਮੇਰੇ ਨਾਲ ਵੈਰ ਪਾ ਲਿਆ। ਕਿਸੇ ਦੀ ਗੱਲ ਸੁਣ ਕੇ ਉਦਾਂ ਹੀ ਮੰਨ ਲਈ। ਇਹ ਜੇ ਰੰਕ ਸਿੱਖ ਤੁਮ ਟਿਗ ਆਵੇਂ। ਆ ਜਿਹੜੇ ਰੰਕੜੇ ਜੇ ਗਰੀਬੜੇ ਜੇ ਸਿੱਖ ਨਹੀਂ ਆਉਂਦੇ ਤੁਹਾਡੇ ਆਲੇ ਦੁਆਲੇ ਫਿਰਦੇ, ਇਹਨਾਂ ਨੇ ਗੱਲਾਂ ਬਣਾਈਆਂ ਨੇ ਜਾ ਕੇ। ਕਛੂ ਬਾਤ ਤੇ ਕਛੂ ਬਣਾਵੇ। ਇਹ ਗੱਲ ਕੋਈ ਹੁੰਦੀ ਤੇ ਬਣਾ ਕੋਈ ਸੁਣਾਉਂਦੇ ਆ ਤੁਹਾਨੂੰ। ਜਾਣ ਦਿਓ ਅਬ ਜਿਉ ਕਿਉਂ ਹੋਈ। ਚਲੋ ਹੁਣ ਜੋ ਹੋਈ ਸੋ ਗਈ, ਉਹਨੂੰ ਹੁਣ ਜਾਣ ਦਿਓ, ਉਹਦੇ ਤੇ ਮਿੱਟੀ ਪਾਓ। ਭਾਵੀ ਮੇਟ ਸਕੇ ਨੈ ਕੋਈ। ਜਿਹੜੀ ਹੋਣੀ ਆ ਉਹਨੂੰ ਕੋਈ ਮੇਟ ਨਹੀਂ ਸਕਦਾ। ਇਹ ਹੋਣੀ ਸੀ ਏਦਾਂ ਵਰਤ ਗਈ ਹੈ, ਇਹਨੂੰ ਕੋਈ ਮੇਟ ਨਹੀਂ ਸਕਦਾ। ਛੇਵੇਂ ਪਾਤਸ਼ਾਹ ਨੇ ਜਵਾਬ ਭੇਜਿਆ ਸੀ ਇਸ ਗੱਲ ਦਾ। ਮਹਾਰਾਜ ਕਹਿੰਦੇ ਚੰਦੂ
ਆਉਣੀ ਨੂੰ ਵਾਕਈ ਨਹੀਂ ਕੋਈ ਮੇਟ ਸਕਦਾ। ਜਿਹੜੀ ਹੁਣ ਤੇਰੇ ਤੇ ਆਉਣੀ ਆ ਨਾ ਸੱਜਣਾ, ਲਾ ਲੈ ਜ਼ੋਰ ਜਿੰਨਾ ਲਾਇਆ ਜਾਂਦਾ ਤੇਰੇ ਕੋਲੋਂ, ਇਹ ਹੋਣੀ ਹੁਣ ਤੇਰੇ ਕੋਲੋਂ ਵੀ ਨਹੀਂ ਮੇਟੀ ਜਾਣੀ, ਜਿਹੜੀ ਤੇਰੇ ਤਨ ਤੇ ਵਰਤਣੀ ਹੈ। ਤੋ ਚੰਦੂ ਹਾਲੇ ਲਿਖ ਕੇ ਭੇਜ ਰਿਹਾ, ਕਹਿੰਦਾ ਜੀ ਹੋਣੀ ਸੀ ਵਰਤ ਗਈ। ਕ੍ਰੋਧ ਬਸੀਓ ਇਹ ਕਿਆ ਨ ਕਰੰਤਾ। ਜਦੋਂ ਬੰਦਾ ਗੁੱਸੇ ਚ ਆ ਜੇ ਕੀ ਨਹੀਂ ਕਰਦਾ, ਗੁੱਸੇ ਚ ਆਇਆ ਬੰਦਾ ਸਭ ਕੁਝ ਕਰ ਲੈਂਦਾ। ਲੋਭੀ ਗੁਣ ਅਵਗੁਣ ਨ ਲਖੰਤਾ। ਜਿਹੜਾ ਲੋਭੀ ਬੰਦਾ ਹੁੰਦਾ ਉਹ ਗੁਣ ਔਗਣ ਨੂੰ ਨਹੀਂ ਵੇਖਦਾ। ਏ ਮਮ ਸੁਤਾ ਕਰੋ ਨਿਜ ਦਾਸੀ। ਤੇ ਮੇਰੀ ਲੜਕੀ ਨੂੰ ਤੁਸੀਂ ਆਪਣੀ ਦਾਸੀ ਬਣਾ ਲਓ। ਜਸ ਜੁਤ ਵਿਆਹੋ ਲਿਜਾਵੋ ਪਾਸੀ। ਤੇ ਇੱਜ਼ਤ ਸਹਿਤ ਵਡਿਆਈ ਸਹਿਤ ਇਹਨੂੰ ਵਿਆਹ ਕੇ ਆਪਣੇ ਕੋਲ ਲੈ ਜਾਓ। ਦੋਨੋਂ ਦਿਸ਼ ਤੇ ਮਿਟੇ ਕਲੇਸ਼ੂ। ਆਪਣਾ ਇਹ ਦੋਹਾਂ ਪਾਸਿਆਂ ਦਾ ਜਿਹੜਾ ਕਲੇਸ਼ ਹੈ ਇਹ ਮਿਟ ਜਾਏਗਾ। ਅਮ ਤੁਮ ਸਾਕ ਆਨੰਦ ਵਿਸ਼ੇਸ਼ੂ। ਅਸੀਂ ਤੁਹਾਡੇ ਨਾਲ ਆਨੰਦ ਦੇ ਨਾਲ ਵਿਚਰਾਂਗੇ ਆਉਣ ਵਾਲੇ ਸਮੇਂ 'ਚ। ਭਲੀ ਬਾਤ ਤੋ ਮਾਨੋ ਐਸੋ। ਇਹ ਭਲੀ ਗੱਲ ਹੋਵੇਗੀ ਤੁਹਾਡੇ ਲਈ ਜੇ ਤੁਸੀਂ ਮੇਰੀ ਇਹ ਗੱਲ ਮੰਨ ਲਓ। ਸੰਧੀ ਵਿਆਹ ਕਰ ਜੈਸੇ ਕੈਸੋ। ਤੇ ਸੰਧੀ ਕਰ ਲਓ ਸਾਡੇ ਨਾਲ ਤੇ ਜਿਵੇਂ ਕਿਵੇਂ ਕਰਕੇ ਵਿਆਹ ਕਰ ਲਵੋ। ਜੇ ਕਰ ਪਿਤ ਕੋ ਬੈਰ ਸੰਭਾਰੋ। ਤੇ ਜੇ ਗੁਰੂ ਹਰਗੋਬਿੰਦ ਸਾਹਿਬ ਤੁਸੀਂ ਇਹ ਗੱਲ ਨਹੀਂ ਮੰਨਦੇ, ਆਪਣੇ ਪਿਤਾ ਦਾ ਵੈਰ ਸੰਭਾਲਦੇ ਹੋ, ਮੁਝ ਤੇ ਹੱਥ ਬੇਹੇ ਤੇ ਉਚਾਰੋ। ਤੁਸੀਂ ਕਹਿੰਦੇ ਹੋ ਵੀ ਮੈਂ ਚੰਦੂ ਨੂੰ ਮਾਰਨਾ ਤੇ ਪਿਤਾ ਦਾ ਬਦਲਾ ਲੈਣਾ, ਤੋ ਸੁਣ ਲਿਓ ਜਥਾ ਮੈਂ ਲਹਿਓ। ਫਿਰ ਇਹ ਵੀ ਗੱਲ ਸੁਣ ਲਓ ਗੁਰੂ ਹਰਗੋਬਿੰਦ ਸਾਹਿਬ ਜਿਵੇਂ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਹਾਂ। ਤੋ ਪਿਤ ਮੋਕੋ ਕੂਕਰ ਕਹਿਓ। ਉਹ ਗੱਲ ਇਹ ਹੈ ਵੀ ਤੁਹਾਡੇ ਪਿਤਾ ਨੇ ਮੈਨੂੰ ਕੂਕਰ ਕਿਹਾ ਸੀ, ਕੁੱਤਾ ਕਿਹਾ ਸੀ। ਲੱਗਿਓ ਗੈਲ ਮੈਂ ਹੋਇ ਕੈ ਸਵਾਨ। ਫਿਰ ਮੈਂ ਕੁੱਤਾ ਬਣ ਕੇ ਉਹਨਾਂ ਦੇ ਪਿੱਛੇ ਪੈ ਗਿਆ ਸਾਂ। ਹਟਿਓ ਤਬੇ ਕਰ ਪ੍ਰਾਨ ਨਿਆਨ। ਤੇ ਮੈਂ ਉਦੋਂ ਮੁੜਿਆ ਵਾਪਸ ਜਦੋਂ ਉਹਨਾਂ ਦੇ ਪ੍ਰਾਣ ਘਾਤ ਕੀਤੇ। ਨੇ ਆਗੇ ਮੇਰੋ ਬਲ ਜਾਣੇ। ਤੇ ਉਹ ਅੱਗੇ ਮੇਰਾ ਬਲ ਨਹੀਂ ਸੀ ਜਾਣਦੇ। ਤਬੈ ਮਰਨ ਪਾਲੇ ਪਛਾਨੇ। ਜਦੋਂ ਜਾਣਿਆ ਫਿਰ ਪਤਾ ਲੱਗਾ ਵੀ ਨਾਲ ਹੀ ਉਹਨਾਂ ਦੀ ਮੌਤ ਹੋ ਗਈ। ਅਬ ਤੋ ਜਾਣ ਲਿਓ ਨਿਰਤਾਰੇ। ਤੇ ਹਰਗੋਬਿੰਦ ਸਾਹਿਬ ਹੁਣ ਤਾਂ ਤੁਹਾਨੂੰ ਵੀ ਲੱਗ ਗਿਆ ਹੋਵੇਗਾ ਪਤਾ ਵੀ ਮੈਂ ਕਿੰਨਾ ਬਲਵਾਨ ਹਾਂ। ਤਜੋ ਬੈਰ ਸ਼ੁਭ ਸੰਧੀ ਵਿਚਾਰੇ। ਇਸ ਕਰਕੇ ਵੈਰ ਵਿਰੋਧ ਛੱਡ ਕੇ ਤੇ ਮੇਰੇ ਨਾਲ ਸੰਧੀ ਦੀ ਗੱਲ ਕਰੋ। ਤਬੇ ਦੂਤ ਨਿਜ ਨਿਕਟ ਬੁਲਾਏ। ਇਦਾਂ ਇਹ ਚਿੱਠੀ ਲਿਖੀ ਚੰਦੂ ਨੇ। ਫਿਰ ਆਪਣੇ ਉਹ ਦੋ ਬੰਦੇ ਨੇ ਕੋਲ ਸੱਦੇ। ਮ੍ਰਿਦੁਲ ਨਿਠੁਰ ਬਚ ਕਹਿ ਸਮਝਾਏ। ਉਹਨਾਂ ਨੂੰ ਮਿਰਦਲ ਕੋਮਲ ਬੋਲ ਲਿਖ ਕੇ ਕਹਿ ਕੇ ਸਮਝਾਏ। ਮੋਹਿ ਪ੍ਰਤਾਪ ਸੁਨਾਵੋ ਮਹਾ। ਕਹਿੰਦਾ ਜਾ ਕੇ ਮੇਰਾ ਪ੍ਰਤਾਪ ਸੁਣਾਇਓ ਗੁਰੂ ਹਰਗੋਬਿੰਦ ਸਾਹਿਬ ਨੂੰ, ਮੇਰੀ ਵਡਿਆਈ ਸੁਣਾਇਓ, ਮੈਂ ਕੀ ਚੀਜ਼ ਆ, ਮੇਰੇ ਬਾਰੇ ਦੱਸਿਓ ਜਾ ਕੇ। ਤਰਾਸ ਤਰੇ ਉਚਰੋ ਤਿਮ ਤਾਹਾਂ। ਏਦਾਂ ਦੀ ਗੱਲ ਕਰਿਓ ਵੀ ਡਰ ਜਾਣ ਸੁਣ ਕੇ। ਉਹ ਮੇਰਾ ਪ੍ਰਤਾਪ ਏਦਾਂ ਸੁਣਾਇਓ ਵੀ ਸੁਣਦੇ ਹੀ ਡਰ ਜਾਣ, ਦਹਿਲ ਜਾਣ। ਪਰ ਇਹ ਨਹੀਂ ਜਾਣਦਾ ਮਲੇਸ਼, ਗੁਰੂ ਹਰਗੋਬਿੰਦ ਸਾਹਿਬ ਨਿਰਭਉ ਨੇ। ਇਹ ਪੂਰਾ ਬ੍ਰਹਿਮੰਡ ਉਹਨਾਂ ਦੇ ਭੈ ਦੇ ਵਿੱਚ ਹੈ। ਉਹਨਾਂ ਨੂੰ ਭਲਾ ਕੌਣ ਭੈ ਦੇ ਸਕਦਾ ਸੀ। ਜਿਉਂ ਕਿਉਂ ਨਾਤਾ ਦੇ ਕਰ ਆਵੋ। ਕਹਿੰਦਾ ਜਿਵੇਂ ਕਿਵੇਂ ਕਰਕੇ ਨਾਤਾ ਦੇ ਕੇ ਆਇਓ, ਇਹ ਰਿਸ਼ਤਾ ਦੇ ਕੇ ਆਇਓ। ਕਰੋ ਕਾਜ ਤਨ ਤੇ ਮੁਝ ਪਾਵੋ। ਤੇ ਇਹ ਕਾਰਜ ਜਿਹੜਾ ਤੁਸੀਂ ਕਰ ਆਓਗੇ ਤੇ ਮੈਂ ਤੁਹਾਨੂੰ ਮਾਇਆ ਦੇ ਗੱਫੇ ਦਿਆਂਗਾ, ਖੁੱਲੇ ਇਨਾਮ ਦਿਆਂਗਾ। ਸ਼ਾਹ ਦਿਸ਼ਾ ਤੇ ਤਰਾਸ ਦਿਖਾਵੋ। ਬਾਦਸ਼ਾਹ ਵੱਲੋਂ ਵੀ ਡਰਾ ਦਿਓ ਕਿ ਬਾਦਸ਼ਾਹ ਕਿੱਡਾ ਵੱਡਾ ਤਾਕਤਵਰ ਬਾਦਸ਼ਾਹ ਹੈ। ਕਿਉਂ ਬਿਨ ਕਾਰਨ ਦਰੋਹ ਕਮਾਵੋ। ਆਖਿਓ ਕਿਉਂ ਦਰੋਹ ਕਮਾਉਂਦੇ ਹੋ ਗੁਰੂ ਜੀ, ਕਿਉਂ ਵੈਰ ਕਮਾਉਂਦੇ ਜੇ। ਉਕਤ ਜੁਗਤ ਕੀ ਕਰ ਚਤੁਰਾਈ। ਏਦਾਂ ਉਕਤੀ ਜੁਗਤੀ ਦੀ ਚਤੁਰਾਈ ਕਰਕੇ ਗੱਲਬਾਤ ਕਰਿਓ। ਕਰੋ ਮਨਾਵਨ ਸੁਤਾ ਸਗਾਈ। ਜਿਵੇਂ ਕਿਵੇਂ ਕਰਕੇ ਮੇਰੀ ਲੜਕੀ ਦੀ ਸਗਾਈ ਮਨਾ ਕੇ ਆਇਓ, ਉਹਨਾਂ ਕੋਲੋਂ ਹਾਮੀ ਭਰਵਾ ਕੇ ਆਇਓ। ਇਤਿਆਦਿਕ ਬਹੁਤੇ ਸਮਝਾਏ। ਏਦਾਂ ਬੜੀਆਂ ਗੱਲਾਂ ਇਹਨੇ ਆਪਣੇ ਦੂਤਾਂ ਨੂੰ ਸਮਝਾਈਆਂ ਜਿਹੜੇ ਭੇਜਣੇ ਸੀ ਸਤਿਗੁਰਾਂ ਕੋਲ। ਅਪਰ ਬਹੁਤ ਨਰ ਸੰਗ ਪਠਾਏ। ਹੋਰ ਵੀ ਕਈ ਬੰਦੇ ਨਾਲ ਭੇਜੇ ਹਨ ਇਹਨੇ। ਚਲੀ ਬਹਿਲ ਪਰ ਵੈ ਅਸਵਾਰ। ਇਹ ਬਲਦਾਂ ਤੇ ਯਾਨੀ ਕਿ ਗੜਬੈਲਾਂ ਤੇ ਸਵਾਰ ਹੋ ਕੇ ਚੱਲ ਪਏ। ਕਿਤਕ ਪਿਆਦੇ ਗਮਨੇ ਲਾਰ। ਕੁਝ ਪੈਦਲ ਨਾਲ ਚੱਲ ਪਏ। ਨਿਸ ਬਿਸਰਾਮੇ ਦਿਵਸ ਪਿਆਨੇ। ਰਾਤ ਨੂੰ ਟਿਕਦੇ ਨੇ, ਦਿਨੇ ਟੁਰ ਪੈਂਦੇ ਆ। ਗ੍ਰਾਮ ਨਗਰ ਉਲੰਗੇ ਬਹੁਤਾਂ। ਸਾਰੇ ਗ੍ਰਾਮ ਪਿੰਡ
ਸੰਗ ਆਏ। ਸੁਤਦਰਵ ਸਲਤਾ ਵੈ ਕਰ ਪਾਰ। ਸਤਲੁਜ ਦਰਿਆ ਇਹਨਾਂ ਨੇ ਪਾਰ ਕੀਤਾ। ਚਲੀ ਬਿਪਾਸਾ ਤਰ ਕੈ ਬਾਰ। ਫਿਰ ਬਿਆਸ ਦਰਿਆ ਪਾਰ ਕੀਤਾ। ਪੰਥ ਸਰਬ ਉਲੰਘਿਓ ਨਿਤ ਚਾਲੇ। ਏਦਾਂ ਰੋਜ਼ ਚੱਲਦਿਆਂ ਸਾਰਾ ਪੈਂਡਾ ਤੈਅ ਕਰ ਲਿਆ। ਵਿਖਿਓ ਸੁਦਾਸਰ ਨਗਰ ਵਿਸਾਲੇ। ਜਾ ਕੇ ਅੰਮ੍ਰਿਤਸਰ ਸਾਹਿਬ ਦੇ ਨੇੜੇ ਪਹੁੰਚੇ, ਗੁਰੂ ਨਗਰੀ ਵੇਖੀ, ਗੁਰੂ ਚਰਨਾਂ ਚ ਆ ਰਹੇ ਨੇ। ਸਤਿਗੁਰੂ ਜੀ ਜਵਾਬ ਦੇ ਰਹੇ ਨੇ ਕਿ ਹੱਥ ਕਰੜੇ ਬਾਝੋਂ ਦੁਸ਼ਮਣ ਬਲੀ ਵਸ ਨਾ ਆਵੇ। ਦੁਸ਼ਮਣ ਕਰੜੇ ਹੱਥਾਂ ਬਿਨਾਂ ਕਾਬੂ ਨਹੀਂ ਆਉਂਦਾ। ਮਹਾਰਾਜ ਜੀ ਉਹ ਕਰੜੇ ਹੱਥ ਵਿਖਾ ਰਹੇ ਹੈ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ 'ਚ ਸਰਵਣ ਕਰੋਗੇ। ਗਰੀਬ ਨਵਾਜ ਸਾਹਿਬ ਜੀ ਦਾ ਪਵਿੱਤਰ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਦੀਨ ਦੁਨੀ ਦਾ ਪਾਤਸ਼ਾਹ, 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 ਦੀਨ ਦੁਨੀ ਦਾ ਪਾਤਸ਼ਾਹ। ਪਾਤਸ਼ਾਹ ਪਾਤਸ਼ਾਹ ਅਡੋਲਾ, 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 ਪਾਤਸ਼ਾਹ ਪਾਤਸ਼ਾਹ ਅਡੋਲਾ। ਵਾਹਿਗੁਰੂ ਵਾਹਿਗੁਰੂ, 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 ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ। ਹੇ ਅਚੁੱਤ ਹੈ ਪਾਰ ਬ੍ਰਹਮ, ਅਗਨਾਸੀ ਅਗਨਾਸ, ਹੇ ਪੂਰਨ ਹੈ ਸਰਬ ਮੈਂ, ਦੁਖ ਭੰਜਨ ਗੁਣ ਤਾਸ, ਹੇ ਸੰਗੀ ਹੈ ਨਿਰੰਕਾਰ, ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੈ ਗੁਣ ਨਿਧਾਨ, ਜਾਂ ਕੀ ਸਦਾ ਬਵੇਕ, ਹੇ ਅਪਰੰਪਰ ਹਰ ਹਰੇ, ਹੈ ਪੀਓ ਅਣਹਾਰੇ, ਹੇ ਸੰਤ ਕੈ ਸਦਾ ਸੰਗ, ਨਿਧਾਰਾ ਆਧਾਰ, ਹੇ ਠਾਕੁਰ ਹਉ ਦਾਸਰੋ, ਮੈਂ ਨਿਰਗੁਣ ਗੁਣ ਨਹੀਂ ਕੋਏ, ਨਾਨਕ ਦੀਜੈ ਨਾਮ ਦਾਨ, ਰਾਖੋ ਹੀਐ ਪਰੋਏ, ਆਏ ਪ੍ਰਭ ਸ਼ਰਣਾਗਤੀ, ਕਿਰਪਾ ਨਿਧ ਦਿਆਲ, ਏਕ ਅੱਖਰ ਹਰ ਮਨ ਬਸਤ, ਨਾਨਕ ਹੋਤਿ ਨਿਆਲ, ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਤੇਰੇ ਪਾਰ, ਜੋ ਸ਼ਰਦਾ ਕਰ ਸੇਵੰਦੇ, ਗੁਰ ਪਾਰ ਉਤਾਰਨ ਹਾਰ, ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਤੇਰੇ ਪਾਰ, ਜੋ ਸ਼ਰਦਾ ਕਰ ਸੇਵੰਦੇ, ਗੁਰ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।